ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਜਿੱਥੇ ਅੱਜ ਆਪਾਂ ਲੜੀਵਾਰ ਗੁਰਬਾਣੀ ਵਿਚਾਰ ਜੋ ਚੱਲ ਰਹੀ ਹੈ, ਉਸ ਲੜੀਵਾਰ ਚੱਲ ਰਹੀ ਗੁਰਬਾਣੀ ਵਿਚਾਰ ਦੇ ਸ਼ਬਦ ਨੂੰ ਵਿਚਾਰਨਾ, ਉੱਥੇ ਨਾਲ ਨਾਲ ਅੱਜ ਦਾ ਇਤਿਹਾਸਕ ਦਿਨ ਆਪਾਂ ਉਸ ਇਤਿਹਾਸ ਦੇ ਪੰਨਿਆਂ ਨੂੰ ਵੀ ਫਰੋਲਣ ਦੀ ਕੋਸ਼ਿਸ਼ ਯਤਨ ਕਰਨਾ ਹੈ। ਅੱਜ ਬੰਦੀ ਛੋੜ ਦਿਵਸ ਔਰ ਨਾਲ ਨਾਲ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਸੰਗਤਾਂ ਬੜੇ ਪ੍ਰੇਮ ਔਰ ਸਤਿਕਾਰ ਦੇ ਨਾਲ ਮਨਾ ਰਹੀਆਂ ਨੇ। ਆਪਾਂ ਉਹਨਾਂ ਦੀ ਸ਼ਹਾਦਤ ਨੂੰ ਵੀ ਚੇਤੇ ਕਰਨਾ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਅੰਮ੍ਰਿਤਸਰ ਜੋ ਪੁੱਜਣ ਦੇ ਉੱਤੇ ਦਿਨ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ, ਉਸ ਬੰਦੀ ਛੋੜ ਦਿਵਸ ਦੇ ਇਤਿਹਾਸ ਨੂੰ ਵੀ ਆਪਾਂ ਵਾਚਣ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ ਵਿਚਾਰਾਂ ਆਰੰਭਣ ਤੋਂ ਪਹਿਲਾਂ ਮਾਲਕ ਪਾਤਸ਼ਾਹ ਜੀ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਸਿਰ ਤੇ ਰੱਖਣ, ਆਪ ਗੁਰੂ ਸਾਹਿਬ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਔਰ ਇਤਿਹਾਸ ਦੀਆਂ ਵਿਚਾਰਾਂ ਕਰਵਾ ਲੈਣ। ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਮਨ ਬਿਰਤੀਆਂ ਇਕਾਗਰ, ਰਸਨਾਵਾਂ ਕਰੋ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਤੁਰਹੁ ਖਸਮ ਭੇਜਿਆ ਸੱਚੇ ਹੁਕਮ ਪਠਾਏ। ਇੰਦ ਵਰਸੈ ਦਇਆ ਕਰ ਗੂੜੀ ਸਹਬਰ ਲਾਏ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1420 ਦੇ ਉੱਪਰ ਸੁਭਾਏਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਤੋਂ ਪਹਿਲਾਂ ਆਪ ਸੰਗਤਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ 56 ਸ਼ਲੋਕਾਂ ਤੱਕ ਦੀ ਵਿਚਾਰ ਕੱਲ ਔਰ ਪਿਛਲੇਰੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੀਆਂ ਹੋ। ਅੱਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਜੀਵਨ ਜਾਚ ਸਾਨੂੰ ਬਖਸ਼ਿਸ਼ ਕੀਤੀ ਹੈ,
ਉਹਦੇ ਵਿੱਚ ਮਾਲਕ ਜੀ ਨੇ ਜੋ ਬਾਬੀਹਾ ਅਰਜ਼ ਔਰ ਅਰਦਾਸਾਂ ਕਰ ਰਿਹਾ ਹੈ, ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਅਸੀਂ ਕਰਦੇ ਹਾਂ ਤੇ ਉਸ ਵਕਤ ਫਿਰ ਪ੍ਰਭੂ ਦਰ ਦੇ ਉੱਤੇ ਸਾਡੀ ਅਰਜ਼, ਸਾਡੀ ਬੇਨਤੀ ਜਿਹੜੀ ਉਹ ਪ੍ਰਵਾਨ ਪੈਂਦੀ ਹੈ। ਸਤਿਗੁਰੂ ਦੀ ਬਾਣੀ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਮੇਰਾ ਫਰਜ਼ ਹੈ ਦੋਵੇਂ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਕਰਨਾ। ਉਹ ਅਰਦਾਸ ਕਦੋਂ ਪ੍ਰਵਾਨ ਹੋਣੀ ਹੈ, ਕਿਸ ਤਰੀਕੇ ਨਾਲ ਪ੍ਰਵਾਨ ਹੋਣੀ ਹੈ, ਉਹਦੇ ਲਈ ਇੱਕ ਕੰਡੀਸ਼ਨ ਰੱਖ ਦਿੱਤੀ ਹੈ ਵੀ ਜਦੋਂ ਤੇਰੀ ਕੀਤੀ ਅਰਦਾਸ ਰੱਬ ਨੂੰ ਭਾ ਜਾਏਗੀ ਨਾ, ਉਦੋਂ ਪ੍ਰਵਾਨੀ ਜਾਏਗੀ। ਤੇ ਉਹ ਅਰਦਾਸ ਕਰਨ ਲੱਗਿਆਂ ਮੇਰੇ ਹਿਰਦੇ ਦੀ ਅਵਸਥਾ ਕੀ ਹੈ, ਮੇਰੇ ਮਨ ਦੀ ਅਵਸਥਾ ਕੀ ਹੈ, ਮੈਂ ਅਰਦਾਸ ਕਰ ਕਿਸ ਭਾਵਨਾ ਨਾਲ ਰਿਹਾ ਹਾਂ, ਇਹ ਵੀ ਬੜਾ ਵੱਡਾ ਇੱਕ ਕਹਿ ਸਕਦੇ ਹਾਂ ਵੀ ਉਸ ਵਕਤ ਮਾਇਨੇ ਰੱਖਦਾ ਜਦੋਂ ਅਸੀਂ ਅਰਦਾਸ ਕਰਦੇ ਹਾਂ। ਜੇ ਸਾਡੇ ਮਨ ਵਿੱਚ ਅਰਦਾਸ ਉਹ ਨਹੀਂ ਜੋ ਅਸੀਂ ਜ਼ੁਬਾਨ ਕਰਕੇ ਕਰ ਰਹੇ ਹਾਂ ਤੇ ਚੇਤੇ ਰੱਖਿਓ ਕਦੇ ਪ੍ਰਵਾਨੀ ਨਹੀਂ ਜਾਏਗੀ। ਅਰਦਾਸ ਕਰਨ ਲੱਗਿਆਂ ਇਕੱਲੇ ਸਾਡੇ ਅਰਦਾਸ ਦੇ ਬੋਲ ਜਿਹੜੇ ਉਹ ਨਾ ਸ਼ਿੰਗਾਰੇ ਹੋਣ। ਜਿੱਥੇ ਸਾਡੇ ਅਰਦਾਸ ਦੇ ਬੋਲ ਸ਼ਿੰਗਾਰੇ ਹੋਏ ਨੇ ਉੱਥੇ ਸਾਡਾ ਹਿਰਦਾ ਵੀ ਜ਼ਰੂਰ ਸਵਰਿਆ ਤੇ ਸ਼ਿੰਗਾਰਿਆ ਹੋਇਆ ਹੋਵੇ। ਜਾਂ ਕਹਿ ਸਕਦੇ ਹਾਂ ਅਸੀਂ ਮਨ ਕਰਕੇ ਚਿੱਤ ਕਰਕੇ ਉਸ ਵਕਤ ਇੱਕ ਹੋਈਏ ਜਦੋਂ ਰੱਬ ਦੇ ਚਰਨਾਂ 'ਚ, ਪ੍ਰਭੂ ਦੇ ਚਰਨਾਂ 'ਚ ਅਰਜ਼ ਅਸੀਂ ਗੁਜ਼ਾਰਨੀ, ਅਰਦਾਸ ਕਰਨੀ ਹੈ। ਉਦੋਂ ਇਸ ਗੱਲ ਦਾ ਹੋਣਾ ਲਾਜ਼ਮੀ ਹੈ ਕਿ ਅਸੀਂ ਮਨ ਕਰਕੇ ਔਰ ਚਿੱਤ ਕਰਕੇ ਇੱਕ ਹੋਈਏ। ਉਸ ਵਕਤ ਸਾਡੀ ਸੁਰਤ, ਸਾਡਾ ਮਨ, ਸਾਡੀ ਜ਼ੁਬਾਨ, ਜਾਂ ਸੌਖੇ ਲਫ਼ਜ਼ਾਂ 'ਚ ਕਹਿ ਲਈਏ ਵੀ ਅਸੀਂ ਉਦੋਂ ਇੱਕੋ ਵਿਚਾਰਧਾਰਾ ਦੇ ਮਾਲਕ ਹੋਈਏ। ਜਿਵੇਂ ਇਨਸਾਨ ਇੱਕ ਸਮੇਂ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਲੈ ਕੇ ਬੈਠਾ ਹੈ, ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਮਨ ਕੁਝ ਹੋਰ ਕਹਿ ਰਿਹਾ, ਅੰਦਰੋਂ ਆਵਾਜ਼ ਕੁਝ ਹੋਰ ਆ ਰਹੀ ਹੈ। ਇੱਕ ਸਮੇਂ ਵਿਚਲੀਆਂ ਇਹ ਬਾਤਾਂ ਨੇ। ਤੁਸੀਂ ਵੇਖੋਗੇ ਸਾਡਾ ਮਨ ਕੁਝ ਹੋਰ ਕਹਿ ਰਿਹਾ ਪਰ ਅੰਦਰੋਂ ਉਹ ਕੰਮ ਕਰਨ ਜਾਂ ਨਾ ਕਰਨ ਦੀ ਨਾਲ ਨਾਲ ਤਰਤੀਬ ਵੀ ਚੱਲ ਰਹੀ ਹੈ ਵੀ ਇਹ ਕਾਰਜ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਉਦੋਂ ਵੀ ਅਸੀਂ ਵਿਚਾਰਾਂ ਦੇ ਕਸ਼ਮਕਸ਼ ਵਿੱਚ ਫਸ ਜਾਂਦੇ ਹਾਂ। ਪਰ ਉਹ ਜਿਹੜਾ ਅੰਦਰ ਵਿਚਾਰਾਂ ਦਾ ਕਸ਼ਮਕਸ਼ ਚੱਲ ਰਿਹਾ ਉਹਨੂੰ ਛੱਡ ਕੇ ਜ਼ੁਬਾਨ ਕੁਝ ਹੋਰ ਬੋਲ ਰਹੀ ਹੈ। ਸਾਰੀਆਂ ਚੀਜ਼ਾਂ ਵੱਖੋ ਵੱਖਰੀਆਂ ਹੋ ਗਈਆਂ। ਜ਼ੁਬਾਨ ਕੁਝ ਹੋਰ ਕਹਿ ਰਹੀ ਹੈ, ਮਨ ਕੁਝ ਹੋਰ ਕਹਿ ਰਿਹਾ ਹੈ, ਆਤਮਾ ਦੀ ਆਵਾਜ਼ ਕੁਝ ਹੋਰ ਕਹਿ ਰਹੀ ਹੈ। ਤੇ ਅਰਦਾਸ ਅਸੀਂ ਕਿਹਦੇ ਅੱਗੇ ਕਰਨ ਲੱਗੇ ਹਾਂ? ਰੱਬ ਅੱਗੇ। ਜਦੋਂ ਰੱਬ ਅੱਗੇ ਅਰਦਾਸ ਕਰਨੀ ਉਦੋਂ ਜ਼ੁਬਾਨ, ਮਨ ਤੇ ਆਤਮਾ ਇਹਨਾਂ ਤਿੰਨਾਂ ਦੀ ਆਵਾਜ਼ ਇੱਕ ਹੋਏਗੀ ਤੇ ਰੱਬ ਦੇ ਦਰ ਉੱਤੇ ਅਰਦਾਸ ਸਾਡੀ ਕਬੂਲੀ ਜਾਏਗੀ, ਪ੍ਰਵਾਨ ਪਏਗੀ। ਖੈਰ, ਬਾਬੀਹਾ ਰੂਪ ਜਿਹੜਾ ਜੀਵ ਹੈ ਜਿਹਦੀ ਬਾਤ ਆਪਾਂ ਪਿਛਲੇਰੇ ਦਿਨਾਂ ਤੋਂ ਵਿਚਾਰਦੇ ਆ ਰਹੇ ਹਾਂ ਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਬੀਹੇ ਦਾ ਜ਼ਿਕਰ ਕੀਤਾ ਤੇ ਇਸ ਜੀਵ ਨੂੰ ਇੱਕ ਬਾਬੀਹਾ ਰੂਪ ਸਮਝਦਿਆਂ ਹੋਇਆਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਹੁਣ ਜਦੋਂ ਇਹ ਜੀਵ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਪ੍ਰਭੂ ਅੱਗੇ ਅਰਦਾਸ ਕਰਦਾ, ਰੱਬ ਅੱਗੇ ਅਰਜ਼ੋਈ ਕਰਦਾ, ਸਤਿਗੁਰੂ ਕਹਿੰਦੇ ਰੱਬ ਨੇ ਅਰਦਾਸ ਨੂੰ ਪ੍ਰਵਾਨਿਆ। ਜਦੋਂ ਅਰਦਾਸ ਪ੍ਰਵਾਨੀ ਤੇ ਬਾਬੀਹਾ ਮੰਗ ਕੀ ਰਿਹਾ ਸੀ ਵੀ ਰੱਬ ਜੀ ਹੁਣ ਵਰਖਾ ਹੋਵੇ ਤੇ ਮੈਂ ਸਵੰਤੀ ਬੂੰਦ ਜਿਹੜੀ ਉਹਨੂੰ ਹਾਸਲ ਕਰਾਂ ਤੇ ਮੇਰਾ ਹਿਰਦਾ ਜਿਹੜਾ ਉਹ ਤ੍ਰਿਪਤ ਹੋ ਜਾਏ, ਮੈਂ ਪਿਆਸ ਆਪਣੀ ਬੁਝਾ ਲਵਾਂ। ਬਾਬੀਹੇ ਦੀ ਇਹ ਮੰਗ ਸੀ। ਹੁਣ ਉਹਦੀ ਅਰਦਾਸ ਦੇ ਬੋਲਾਂ ਨੂੰ ਅਕਾਲ ਪੁਰਖ ਪਰਮੇਸ਼ਵਰ ਨੇ ਪ੍ਰਵਾਨਿਆ। ਜਦੋਂ ਅਰਦਾਸ ਦੇ ਬੋਲਾਂ ਨੂੰ ਪਰਮੇਸ਼ਵਰ ਜੀ ਪ੍ਰਵਾਨਦੇ ਨੇ, ਧੰਨ ਗੁਰੂ ਅਮਰਦਾਸ ਕਹਿੰਦੇ ਧੁਰੋਂ ਖਸਮ ਭੇਜਿਆ। ਹੁਣ ਪਰਮੇਸ਼ਵਰ ਨੇ ਕੀ ਕੀਤਾ? ਹੁਕਮ ਜਿਹੜਾ ਉਹ ਕੀਤਾ, ਹੁਕਮ ਕਰਦਿਆਂ ਹੋਇਆਂ ਸੱਚਾ ਹੁਕਮ ਪਠਾਏ। ਉਹਨੇ ਐਸਾ ਹੁਕਮ ਕੀਤਾ, ਐਸਾ ਉਹਨੇ ਆਪਣਾ, ਜਿਵੇਂ ਗੁਰੂ ਨਾਨਕ ਸਾਹਿਬ ਦਾ ਇੱਕ ਆਪਾਂ ਪਾਵਨ ਬਚਨ ਪੜ੍ਹਦੇ ਹਾਂ ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਨਾ ਹਰ ਇੱਕ ਜੀਵ ਜਾਂ ਰੱਬ ਦੀ ਬਣਾਈ ਹੋਈ ਹਰ ਇੱਕ ਕੁਦਰਤ ਦਾ ਜੋ ਪੱਖ ਹੈ ਨਾ ਉਹਨੂੰ ਰੱਖਦੇ ਆ ਤੇ ਸਤਿਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਸਾਰਾ ਕੁਝ ਰੱਬ ਦੀ ਰਜ਼ਾ ਤੇ ਉਹਦੇ ਭੈ ਵਿੱਚ ਹੈ। ਤੇ ਉਹਦੇ ਭੈ ਵਿੱਚ ਚੱਲਦਾ ਹੋਇਆ ਸਤਿਗੁਰੂ ਜੀ ਕਹਿੰਦੇ ਭੈ ਵਿੱਚ ਇੰਦ ਫਿਰੈ ਸਿਰ ਭਾਰ। ਜਿਹੜਾ ਇੰਦਰ ਹੈ ਭਾਵ ਬੱਦਲ ਜਿਹੜੇ ਨੇ ਉਹ ਵੀ ਰੱਬ ਦੇ ਭੈ ਵਿੱਚ ਨੇ, ਰੱਬ ਦੇ ਭੈ ਤੋਂ ਬਾਹਰੇ ਨਹੀਂ। ਬੱਦਲ ਵੀ ਰੱਬ ਦੀ ਰਜ਼ਾ ਵਿੱਚ ਨੇ। ਜੇ ਬੱਦਲ ਰੱਬ ਦੀ ਰਜ਼ਾ ਵਿੱਚ ਨੇ ਤੇ ਸੁਭਾਵਿਕ ਜਿਹੀ ਗੱਲ ਹੈ ਵਰਖਾ ਵੀ ਰੱਬ ਦੀ ਰਜ਼ਾ ਵਿੱਚ ਹੋਏਗੀ, ਉਹਦੀ ਰਜ਼ਾ ਤੋਂ ਬਿਨਾ ਨਹੀਂ। ਜਿਵੇਂ ਜੇ ਆਪਾਂ ਸੰਸਾਰਕ ਜੀਵਨ ਵੇਖੀਏ ਨਾ, 2-4 ਮਹੀਨੇ ਜਾਂ 10-20 ਦਿਨ 25 ਦਿਨ ਇੱਕ ਮਹੀਨਾ
ਵਰਖਾ ਨਾ ਹੋਵੇ ਗਰਮੀ ਦੇ ਮੌਸਮ ਵਿੱਚ ਤੇ ਸਾਡੀ ਇੱਕ ਅਰਜ਼ੋਈ ਹੁੰਦੀ, ਉਦੋਂ ਰੱਬ ਅੱਗੇ ਅਸੀਂ ਅਰਦਾਸਾਂ ਕਰਦੇ ਵੀ ਰੱਬਾ ਹੁਣ ਵਰਖਾ ਹੋ ਜਾਏ, ਮੀਂਹ ਪੈ ਜਾਏ, ਤਾਂ ਜੋ ਸਾਡੇ ਜਿਹੜੇ ਆਸ-ਪਾਸ ਦਾ ਵਾਤਾਵਰਨ ਹੈ ਉਹ ਵੀ ਕੁਝ ਕੁ ਠੰਡਾ ਹੋਵੇ, ਜੋ ਤਪਸ਼ ਸੂਰਜ ਦੀ ਸਾਡੀ ਸਰੀਰ ਨੂੰ ਮਿਲ ਰਹੀ ਹੈ ਉਸ ਤਪਸ਼ ਤੋਂ ਵੀ ਸਾਡਾ ਛੁਟਕਾਰਾ ਹੋਵੇ। ਵਰਖਾ ਕਰਨ ਲਈ ਅਸੀਂ ਉਦੋਂ ਰੱਬ ਅੱਗੇ ਇੱਕ ਅਰਜ਼ ਜਿਹੜੀ ਉਹ ਗੁਜ਼ਾਰਦੇ ਹਾਂ। ਇਹਦਾ ਕਾਰਨ ਹੈ ਕਿ ਉਹ ਰੱਬ ਹੀ ਹੈ ਜਿਹਦੇ ਵੱਸ ਵਿੱਚ ਇਹ ਤਾਕਤ ਹੈ, ਜਿਹਦੇ ਵੱਸ ਵਿੱਚ ਇਹ ਬਲ ਹੈ ਕਿ ਉਹ ਵਰਖਾ ਕਰ ਸਕਦਾ ਹੈ। ਉਹ ਜਦੋਂ ਚਾਹੇ ਉਹ ਮੀਂਹ ਪਵਾ ਸਕਦਾ, ਜਦੋਂ ਚਾਹੇ ਉਹ ਵਰਖਾ ਹੋਣ ਤੋਂ ਹਟਾ ਵੀ ਸਕਦਾ ਹੈ। ਖੈਰ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਉਹ ਰੱਬ ਨੇ ਜਦੋਂ ਬਾਬੀਹੇ ਦੀ ਬੇਨਤੀ ਨੂੰ ਪ੍ਰਵਾਨਿਆ ਤੇ ਕੀ ਹੋਇਆ, ਧੁਰੋਂ ਖਸਮ ਭੇਜਿਆ। ਰੱਬ ਨੇ ਧੁਰ ਤੋਂ ਫਿਰ ਭੇਜਿਆ, ਸੱਚਾ ਹੁਕਮ ਪਠਾਏ, ਆਪਣਾ ਸੱਚਾ ਹੁਕਮ ਦੇ ਕੇ। ਹੁਣ ਉਹਨੇ ਜਿਹੜਾ ਸੱਚਾ ਹੁਕਮ ਦੇ ਕੇ ਭੇਜਿਆ, ਉਹ ਭੇਜਿਆ ਕਿਹਨੂੰ ਹੈ? ਇੰਦ ਨੂੰ। ਕਹਿੰਦੇ ਇੰਦ ਵਰਸੈ ਦਇਆ ਕਰ। ਹੁਣ ਬੱਦਲ ਵਰ ਰਹੇ ਨੇ, ਬੱਦਲ ਵਰਖਾ ਕਰ ਰਹੇ ਨੇ, ਤੇ ਉਹ ਵਰਖਾ ਦਇਆ ਕਰਦਿਆਂ ਹੋਇਆਂ ਕਰ ਰਹੇ। ਗੂੜੀ ਸ਼ਹਿਬਰ ਲਾਏ, ਔਰ ਉਹਨਾਂ ਨੇ ਬੜੀ ਗੂੜੀ ਸ਼ਹਿਬਰ ਲਾਈ ਹੋਈ ਹੈ, ਮਤਲਬ ਬੜਾ ਸੰਘਣਾ ਮੀਂਹ ਜਿਹੜਾ ਉਹ ਹੋ ਰਿਹਾ, ਬੜੀ ਸੰਘਣੀ ਵਰਖਾ ਹੋ ਰਹੀ ਹੈ। ਇਹ ਉਸ ਰੱਬ ਦੀ ਰਜ਼ਾ ਵਿੱਚ ਹੈ। ਜਦੋਂ ਬਾਬੀਹਾ ਅਰਦਾਸ ਕਰਦਾ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ, ਰੱਬ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਾ ਤੇ ਰੱਬ ਫਿਰ ਹੁਕਮ ਕਰਦਾ ਇੰਦਰ ਨੂੰ। ਇੰਦਰ ਰੱਬ ਦੇ ਹੁਕਮ ਦਾ ਬੱਝਾ ਹੋਇਆ, ਬੱਦਲ ਰੱਬ ਦੇ ਹੁਕਮ ਦੇ ਬੱਝੇ ਹੋਏ, ਫਿਰ ਵਰਖਾ ਕਰਦੇ ਨੇ ਤੇ ਵਰਖਾ ਉਹ ਬੜੀ ਗੂੜੀ ਸ਼ਹਿਬਰ ਲਾ ਕੇ ਕਰਦੇ। ਤੇ ਉਹ ਜਿਹੜੀ ਵਰਖਾ ਹੋ ਰਹੀ ਹੈ ਹੁਣ ਉਸ ਬਾਬੀਹੇ ਨੂੰ ਸਕੂਨ ਦੇਣ ਵਾਸਤੇ, ਜਾਂ ਧਰਤੀ ਦੇ ਉੱਤੇ ਜਿਹੜੇ ਜੀਵ ਤਪਸ਼ ਕਰਕੇ ਵਿਆਕੁਲ ਸਨ, ਜਿਹੜੇ ਜੀਵ ਕਿਸੇ ਨਾ ਕਿਸੇ ਤਰੀਕੇ ਕਰਕੇ, ਕਿਸੇ ਨਾ ਕਿਸੇ ਕਾਰਨ ਕਰਕੇ ਵਿਆਕੁਲ ਸਨ, ਹੁਣ ਉਹ ਵਰਖਾ ਦਾ ਪਾਣੀ, ਵਰਖਾ ਦੀਆਂ ਬੂੰਦਾਂ ਜਿਹੜੀਆਂ ਉਹ ਜੀਵਾਂ ਨੂੰ ਸਕੂਨ ਦੇ ਰਹੀਆਂ, ਉਹਨਾਂ ਦੀ ਵਿਆਕੁਲਤਾ ਨੂੰ ਦੂਰ ਕਰ ਰਹੀਆਂ। ਇੱਕ ਬਾਬੀਹੇ ਦੀ ਅਰਦਾਸ ਨਹੀਂ, ਜਦੋਂ ਅਰਜ਼ ਕੋਈ ਗੁਜ਼ਾਰਦਾ ਮਨ ਕਰਕੇ, ਹਿਰਦੇ ਕਰਕੇ, ਤੇ ਉਦੋਂ ਰੱਬ ਹਰ ਇੱਕ ਦੀ ਅਰਜ਼ ਨੂੰ ਪ੍ਰਵਾਨ ਕਰਦਾ। ਗੱਲ ਇੱਥੇ ਵਰਖਾ ਪੈਣ ਜਾਂ ਨਾ ਪੈਣ ਦੀ ਨਹੀਂ, ਗੱਲ ਇੱਥੇ ਹੈ ਵੀ ਰੱਬ ਨੇ ਆਪ ਫਿਰ ਖੁਦ ਹੁਕਮ ਕੀਤਾ। ਜਦੋਂ ਅਸੀਂ ਅਰਦਾਸ ਕਰਾਂਗੇ, ਇੱਕ ਕਾਰਜ ਉਹ ਹੈ ਜਿਹੜਾ ਕਰਨ ਵਾਸਤੇ ਅਸੀਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਬੈਠੇ ਹਾਂ ਵੀ ਸਾਡਾ ਕਾਰਜ ਸਵਰ ਜਾਏ, ਤੇ ਇੱਕ ਕਾਰਜ ਉਹ ਹੈ ਜਿਹਨੂੰ ਕਰਨ ਦੇ ਲਈ ਅਸੀਂ ਆਪਣਾ ਜ਼ੋਰ ਨਹੀਂ, ਅਸੀਂ ਰੱਬ ਦੇ ਅੱਗੇ ਅਰਦਾਸ ਕਰਕੇ ਤੇ ਉਹ ਕਾਰਜ ਵੀ ਰੱਬ ਦੇ ਉੱਤੇ ਛੱਡ ਦਿੱਤਾ ਵੀ ਰੱਬਾ ਮੇਰੀ ਅਰਜ਼ ਹੈ ਤੇਰੇ ਅੱਗੇ, ਮੇਰਾ ਇਹ ਕਾਰਜ ਸਵਰ ਜਾਏ। ਤੇ ਸਿੱਖ ਨੂੰ ਜਿਹੜਾ ਜੀਵਨ ਜਾਚ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਨਾ, ਜਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਜੀਵਨ ਜਾਚ ਸਿੱਖ ਨੂੰ ਦਿੱਤੀ, ਤੇ ਸਾਡੇ ਜੀਵਨ ਦੀ ਆਰੰਭਤਾ ਵੀ ਅਰਦਾਸ ਤੋਂ ਹੈ, ਤੇ ਸਾਡੇ ਜੀਵਨ ਦੀ ਜਿੱਥੇ ਆਰੰਭਤਾ ਅਰਦਾਸ ਤੋਂ, ਸਾਡੀ ਜ਼ਿੰਦਗੀ ਦਾ ਹਰ ਕਾਰਜ ਹੀ ਅਰਦਾਸ ਦੇ ਉੱਤੇ ਖੜੋਤਾ। ਮਾਲਕ ਪਾਤਸ਼ਾਹ ਜੀ ਨੇ ਇੱਥੋਂ ਤੱਕ ਸਿੱਖ ਨੂੰ ਆਖਿਆ ਵੀ ਸਿੱਖਾ, ਜੇ ਤੂੰ ਘਰੋਂ ਚੱਲਣ ਵੀ ਲੱਗਦਾ ਤੇ ਘਰੋਂ ਚੱਲਣ ਲੱਗਾ ਵੀ ਰੱਬ ਅੱਗੇ ਅਰਦਾਸ ਕਰਕੇ, ਗੁਰੂ ਅੱਗੇ ਅਰਦਾਸ ਕਰਕੇ ਤੁਰਿਆ ਕਰ। ਜਦੋਂ ਘਰ ਵਾਪਸ ਪਰਤ ਆਏ ਤੇ ਘਰੇ ਵਾਪਸ ਪਰਤਦਾ ਹੋਇਆ ਗੁਰੂ ਅੱਗੇ ਆ ਕੇ ਫਿਰ ਸ਼ੁਕਰਾਨੇ ਦੀ ਅਰਦਾਸ ਕਰਿਆ ਕਰ। ਜਦੋਂ ਕਿਸੇ ਵੀ ਕਾਰਜ ਨੂੰ ਪ੍ਰਾਰੰਭੇ, ਇੱਥੋਂ ਤੱਕ ਜੇ ਆਪਣੇ ਬੱਚੇ ਨੂੰ ਸਕੂਲ ਵਿੱਚ ਪੜ੍ਹਨ ਵਾਸਤੇ ਵੀ ਭੇਜਣ ਲੱਗੇ ਆ, ਉਹਨੂੰ ਸਕੂਲ ਵਿੱਚ ਦਾਖਲ ਕਰਵਾਉਣ ਲੱਗੇ ਆ, ਉਦੋਂ ਵੀ ਗੁਰੂ ਚਰਨਾਂ 'ਚ ਅਰਦਾਸ ਕਰਕੇ ਚੱਲ। ਮਤਲਬ ਹਰ ਕਾਰਜ ਸਿੱਖ ਦਾ ਜਿਹੜਾ ਉਹ ਅਰਦਾਸ ਤੋਂ ਪ੍ਰਾਰੰਭ ਹੁੰਦਾ, ਹਰ ਕਾਰਜ ਗੁਰੂ ਕੇ ਸਿੱਖ ਦਾ ਅਰਦਾਸ ਤੋਂ ਸ਼ੁਰੂ ਹੁੰਦਾ। ਹੁਣ ਉਹ ਅਰਦਾਸ ਕਰਨ ਲੱਗੇ ਆ, ਸਾਡੇ ਹਿਰਦੇ ਦੀ ਅਵਸਥਾ ਕੀ ਹੈ, ਸਾਡੇ ਹਿਰਦੇ ਦੀ ਭਾਵਨਾ ਕੀ ਹੈ, ਅਸੀਂ ਮਨ ਵਿੱਚ ਕਿੱਦਾਂ ਦੀ ਵਿਚਾਰ ਲੈ ਕੇ ਅਰਦਾਸ ਕਰ ਰਹੇ ਹਾਂ, ਬਸ ਬਾਤ ਇੱਥੇ ਖੜੋਤੀ ਹੈ। ਜਦੋਂ ਹਿਰਦੇ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕਰਾਂਗੇ ਤੇ ਫਿਰ ਕਾਰਜ ਜਿਹੜਾ ਨਾ ਉਹ ਪ੍ਰਭੂ ਆਪ ਆ ਕੇ ਸਵਾਰਦਾ, ਆਪ ਸਾਡੇ ਕਾਰਜਾਂ ਨੂੰ ਸਵਾਰਦਾ ਵੀ ਹੈ, ਸਫਲਿਆਂ ਵੀ ਕਰਦਾ ਹੈ। ਤੇ ਜੇ ਸਾਡੀ ਅਰਦਾਸ ਹੀ ਜਿਹੜੀ ਉਹ ਮਨ ਕਰਕੇ ਚਿੱਤ ਕਰਕੇ ਨਹੀਂ ਹੈ, ਹੋ ਸਕਦਾ ਸਾਡਾ ਕਾਰਜ ਕਿਸੇ ਨਾ ਕਿਸੇ ਵਿਘਨ ਕਰਕੇ ਰੁਕ ਜਾਏ, ਜਾਂ ਕਿਸੇ ਨਾ ਕਿਸੇ ਰੁਕਾਵਟ ਕਰਕੇ ਸਾਡਾ ਕਾਰਜ ਜਿਹੜਾ ਉਹ ਰੁਕ ਜਾਏ। ਗੱਲ ਹੈ ਅਰਦਾਸ ਉਸ ਪ੍ਰਭੂ ਚਰਨਾਂ ਵਿੱਚ ਹੋਵੇ ਇੱਕ ਮਨ ਇੱਕ ਚਿੱਤ ਕਰਕੇ, ਤੇ ਫਿਰ ਉਦੋਂ ਜਿਹੜਾ ਤਬ ਪ੍ਰਭ ਕਾਜ ਸਵਾਰੇ ਆਏ, ਪ੍ਰਭੂ ਫਿਰ ਆਪ ਆ ਕੇ ਸਾਡੇ ਸਾਰੇ ਦੇ ਸਾਰੇ ਜਿਹੜੇ ਕਾਰਜ ਉਹ ਸਵਾਰਦਾ। ਖੈਰ, ਸਤਿਗੁਰੂ ਕਹਿੰਦੇ ਰੱਬ ਨੇ ਹੁਕਮ ਭੇਜਿਆ ਤੇ ਇੰਦਰ ਵਰਸ ਰਿਹਾ ਹੁਣ ਬੜੀ ਗੂੜੀ ਸ਼ਹਿਬਰ ਲਾ ਕਰਕੇ। ਬਾਬੀਹੇ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਹ ਪਾਏ।
ਅਨ ਧਨ ਬਹੁਤਾ ਉਪਜੈ ਧਰਤੀ ਸ਼ੋਭਾ ਪਾਏ। ਇੰਦਰ ਵਰਸ ਰਿਹਾ। ਬਾਬੀਹਾ ਜਿਹੜਾ ਪ੍ਰਯੋ ਕਰਦਾ, ਅਰਦਾਸ ਕਰਦਾ ਸੀ, ਉਹਦੇ ਤਨ ਤੇ ਮਨ ਨੂੰ ਸੁੱਖ ਮਿਲਿਆ, ਸਕੂਨ ਮਿਲ ਗਿਆ ਨਾ। ਜਿਹੜਾ ਤਨ ਕਰਕੇ ਪਿਆਸਾ ਸੀ, ਵਿਆਕੁਲ ਸੀ, ਜਦੋਂ ਮੁਖ ਦੇ ਵਿੱਚ ਤਤ ਬੂੰਦਾਂ ਪਈਆਂ, ਜਿਨ੍ਹਾਂ ਨੂੰ ਸਵੰਤੀ ਬੂੰਦਾਂ ਆਪਾਂ ਕਹਿੰਦੇ ਆ, ਉਹ ਸਵੰਤੀ ਬੂੰਦਾਂ ਨੇ ਕੀ ਕੀਤਾ? ਤਨ ਤੇ ਮਨ ਵਿੱਚ ਸੁੱਖ ਭਰ ਦਿੱਤਾ। ਤਨ ਵੀ ਸੁਖੀ ਹੋ ਗਿਆ, ਮਨ ਵੀ ਸੁਖੀ ਹੋ ਗਿਆ। ਜਦੋਂ ਤਤ ਬੂੰਦ ਮੂੰਹ ਪਾਏ, ਮੂੰਹ ਦੇ ਵਿੱਚ ਜਦੋਂ ਤਤ ਬੂੰਦਾਂ ਪਈਆਂ, ਅਸਲੀਅਤ ਰੂਪ। ਹੁਣ ਇੱਥੇ ਗੱਲ ਜਿਹੜੀ ਕਰਾਂਗੇ ਤਤ ਦੀ ਗੱਲ, ਉਹ ਰੱਬ ਦਾ ਨਾਮ। ਜਦੋਂ ਇੱਕ ਬਾਬੀਹਾ ਜਗਿਆਸੂ ਜਿਹੜਾ ਹੈ, ਉਹ ਆਪਣੇ ਹਿਰਦੇ ਵਿੱਚ ਜਗਿਆਸਾ ਲੈ ਕੇ ਰੱਬ ਅੱਗੇ ਅਰਜ਼ ਗੁਜ਼ਾਰਦਾ, ਮਨ ਤਨ ਕਰਕੇ ਜਿਹੜਾ ਵਿਆਕੁਲ ਹੋਇਆ, ਰੱਬ ਕੋਲੋਂ ਰੱਬ ਦੀ ਬਖਸ਼ਿਸ਼ ਪਿਆ ਮੰਗਦਾ। ਜਦੋਂ ਰੱਬ ਰਹਿਮਤ ਵਰਤਾਉਂਦਾ, ਫਿਰ ਰੱਬ ਦੇ ਨਾਮ ਦੀਆਂ ਬੂੰਦਾਂ, ਰੱਬ ਦੇ ਨਾਮ ਜਿਹੜਾ ਉਹ ਹਿਰਦੇ ਵਿੱਚ ਆ ਵਸਦਾ। ਜਦੋਂ ਰੱਬ ਦੇ ਨਾਮ ਦੀਆਂ ਬੂੰਦਾਂ ਹਿਰਦੇ 'ਚ ਆ ਵਸਦੀਆਂ ਨੇ, ਫਿਰ ਕੀ ਹੁੰਦਾ? ਮਨ ਵੀ ਸੁਖੀ ਹੋ ਜਾਂਦਾ, ਤਨ ਵੀ ਸੁਖੀ ਹੋ ਜਾਂਦਾ। ਤਨ ਤੇ ਮਨ ਸੁਖਾਲਾ ਹੋ ਗਿਆ। ਜਦੋਂ ਤਨ ਮਨ ਸੁਖਾਲਾ ਹੋਇਆ, ਨਾਲ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਜਿੱਥੇ ਵਰਖਾ ਹੋਣ ਦੇ ਨਾਲ ਬਾਬੀਹੇ ਦਾ ਤਨ ਤੇ ਮਨ ਸੌਖਾ ਹੋ ਗਿਆ, ਉਥੇ ਨਾਲ ਅੰਨ ਧਨ ਬਹੁਤਾ ਉਪਜੈ ਧਰਤੀ ਸ਼ੋਭਾ ਪਾਏ। ਹੁਣ ਵਰਖਾ ਇਹ ਨਹੀਂ ਵੀ ਕੱਲੀ ਬਾਬੀਹੇ ਦੇ ਮੁਖ ਵਿੱਚ ਪੈਂਦੀ ਰਹੀ, ਵਰਖਾ ਤੇ ਸਾਰੀ ਧਰਤੀ ਉੱਤੇ ਹੋਈ ਹੈ। ਹੁਣ ਜਿੱਥੇ ਜਿੱਥੇ ਵਰਖਾ ਦਾ ਮੀਂਹ ਪਿਆ, ਕਹਿੰਦੇ ਉੱਥੇ ਅੰਨ ਧਨ ਬਹੁਤਾ ਉਪਜੈ। ਹੁਣ ਉੱਥੇ ਧਨ ਵੀ, ਅੰਨ ਜਿਹੜਾ ਉਹ ਬਹੁਤ ਪੈਦਾ ਹੋਇਆ। ਮਤਲਬ ਹਰ ਪ੍ਰਕਾਰ ਦੇ ਨਾਲ ਨਾ ਸਾਰੇ ਪਾਸੇ ਸੁੱਖ ਵਰਤ ਗਿਆ। ਜਦੋਂ ਵਰਖਾ ਹੋਈ, ਵਰਖਾ ਦੀਆਂ ਬੂੰਦਾਂ ਡਿੱਗੀਆਂ, ਬਾਰਿਸ਼ ਹੋਈ, ਬਾਰਿਸ਼ ਦੀਆਂ ਬੂੰਦਾਂ ਜਦੋਂ ਡਿੱਗੀਆਂ, ਤੇ ਉਹ ਬਾਰਿਸ਼ ਦੀਆਂ ਬੂੰਦਾਂ ਨੇ, ਉਸ ਵਰਖਾ ਨੇ ਧਰਤੀ ਦੇ ਸਾਰੇ ਪਾਸੇ ਸੁੱਖ ਵਰਤਾ ਦਿੱਤਾ। ਹੁਣ ਸਾਰੇ ਪਾਸੇ ਆਨੰਦ ਹੀ ਆਨੰਦ, ਸੁੱਖ ਹੀ ਸੁੱਖ, ਪ੍ਰਸੰਨਤਾ ਹੀ ਪ੍ਰਸੰਨਤਾ ਔਰ ਖੁਸ਼ੀ ਹੈ। ਉਹੀ ਕੇਵਲ ਅਰਦਾਸਾਂ ਜਦੋਂ ਕਰਦਿਆਂ ਹੋਇਆਂ ਜੀਵ ਰੱਬ ਅੱਗੇ ਅਰਜ਼ੋਈਆਂ ਕਰਦੇ ਨੇ, ਰੱਬ ਜਦੋਂ ਅਰਜ਼ੋਈਆਂ ਨੂੰ ਪ੍ਰਵਾਨ ਕਰਦਾ, ਫਿਰ ਅੰਨ ਧਨ ਬਹੁਤਾ ਉਪਜੈ ਧਰਤੀ ਸ਼ੋਭਾ ਪਾਏ। ਅਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ। ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੇ ਰਜ਼ਾਏ। ਫਿਰ ਕੀ ਹੋਇਆ? ਕਹਿੰਦੇ ਜੀ ਅਨ ਦਿਨ ਲੋਕ ਭਗਤ ਕਰੇ। ਗੁਰੂ ਸਾਹਿਬ ਕਹਿੰਦੇ ਵੀ ਫਿਰ ਰੱਬੀ ਪਿਆਰੇ ਜਿਹੜੇ ਉਹ ਦਿਨ ਰਾਤ ਹੁਣ ਭਗਤੀ ਵਿੱਚ ਜੁੜੇ, ਭਗਤੀ ਵਿੱਚ ਜੁੜੇ ਹੋਏ, ਗੁਰ ਕੈ ਸ਼ਬਦ ਸਮਾਏ, ਗੁਰੂ ਕੇ ਸ਼ਬਦ ਵਿੱਚ ਸਮਾ ਜਾਂਦੇ, ਗੁਰੂ ਕੇ ਸ਼ਬਦ ਵਿੱਚ ਲੀਨਤਾ ਹਾਸਲ ਕਰਦੇ। ਫਿਰ ਉਹਨਾਂ ਜੀਵਾਂ ਨੂੰ ਜਿਨ੍ਹਾਂ ਸ਼ਬਦ ਵਿੱਚ ਲੀਨਤਾ ਹਾਸਲ ਕੀਤੀ, ਆਪੇ ਸੱਚਾ ਬਖਸ਼ ਲਏ। ਉਹਨਾਂ ਨੂੰ ਬਖਸ਼ ਵੀ ਉਹ ਸੱਚਾ ਆਪ ਲੈਂਦਾ। ਕਰ ਕਿਰਪਾ ਕਰੈ ਰਜ਼ਾਏ, ਆਪਣੀ ਰਜ਼ਾ ਦੇ ਅੰਦਰ ਉਹ ਆਪ ਉਹਨਾਂ ਦੇ ਉੱਤੇ ਰਹਿਮਤ ਵਰਤਾਉਂਦਾ, ਕਿਰਪਾ ਵਰਤਾਉਂਦਾ, ਉਹਨਾਂ ਨੂੰ ਆਪਣੀ ਰਜ਼ਾ ਵਿੱਚ ਲੈ ਆਉਂਦਾ। ਉਹ ਰਜ਼ਾ ਦੇ ਅੰਦਰ ਜੀਵ ਚੱਲਦੇ ਹੋਏ ਫਿਰ ਰੱਬ ਦੀ ਬਖਸ਼ਿਸ਼ ਦੇ ਪਾਤਰ ਬਣਦੇ। ਤੇ ਜਿਨ੍ਹਾਂ ਨੂੰ ਰੱਬ ਆਪਣੀ ਬਖਸ਼ਿਸ਼ ਦੇ ਪਾਤਰ ਬਣਾ ਲੈਂਦਾ, ਆਪਣਾ ਮਿਲਾਪ, ਆਪਣਾ ਮੇਲ ਉਹਨਾਂ ਨੂੰ ਬਖਸ਼ ਦਿੰਦਾ। ਉਹ ਜੀਵ ਜਿਹੜੇ ਰੱਬ ਦੀ ਪ੍ਰੇਮਾ ਭਗਤੀ ਦੀ ਮੰਗ ਕਰ ਰਹੇ ਸਨ, ਰੱਬ ਨੇ ਉਹਨਾਂ ਨੂੰ ਆਪਣੀ ਪ੍ਰੇਮਾ ਭਗਤੀ ਦਿੱਤੀ। ਉਹ ਪ੍ਰੇਮਾ ਭਗਤੀ ਵਿੱਚ ਜੁੜੇ ਹੋਏ ਹੁਣ ਦਿਨ ਰਾਤ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਯਾਦ ਵਿੱਚ ਜੁੜੇ ਨੇ। ਗੁਰੂ ਕੇ ਸ਼ਬਦ ਵਿੱਚ ਉਹ ਸਮਾ ਗਏ, ਗੁਰੂ ਕੇ ਸ਼ਬਦ ਵਿੱਚ ਉਹਨਾਂ ਲੀਨਤਾ ਹਾਸਲ ਕਰ ਲਈ, ਔਰ ਰੱਬ ਨੇ ਆਪੇ ਕਿਰਪਾ ਕਰਕੇ ਉਹਨਾਂ ਨੂੰ ਬਖਸ਼ਿਆ ਤੇ ਆਪਣੀ ਰਜ਼ਾ ਦੇ ਅੰਦਰ ਉਹਨਾਂ ਨੂੰ ਰਾਜ਼ੀ ਵੀ ਰੱਖ ਲਿਆ। ਰੱਬ ਦੀ ਰਜ਼ਾ ਵਿੱਚ ਰਾਜ਼ੀ ਵੀ ਉਹ ਰਹਿੰਦਾ ਜਿਹਨੂੰ ਰੱਬ ਆਪ ਰੱਖਦਾ। ਰੱਬ ਦੇ ਹੁਕਮ ਵਿੱਚ ਨੂੰ ਪ੍ਰਵਾਨ ਵੀ ਉਹੀ ਕਰਦਾ ਜਿਹੜਾ ਰੱਬ, ਜਿਹਦੇ ਉੱਤੇ ਰੱਬ ਆਪ ਕਿਰਪਾ ਕਰਕੇ ਆਪਣੇ ਹੁਕਮ ਵਿੱਚ ਰਾਜ਼ੀ ਰਹਿਣ ਦਾ ਬਲ ਬਖਸ਼ ਦਿੰਦਾ ਹੈ, ਆਪਣੇ ਹੁਕਮ ਵਿੱਚ ਰਾਜ਼ੀ ਰਹਿਣ ਦੀ ਤਾਕਤ ਬਖਸ਼ ਦਿੰਦਾ। ਰੱਬ ਦੇ ਹੁਕਮ ਤੇ ਭਾਣੇ ਵਿੱਚ ਰਾਜ਼ੀ ਵੀ ਉਹੀ ਰਹਿੰਦਾ ਹੈ। ਤੇ ਸਾਹਿਬ ਕਹਿੰਦੇ ਜਿਨ੍ਹਾਂ ਗੁਰੂ ਕੇ ਸ਼ਬਦ ਵਿੱਚ ਲੀਨਤਾ ਹਾਸਲ ਕੀਤੀ, ਰੱਬ ਨੇ ਆਪ ਕਿਰਪਾ ਕਰਕੇ ਉਹਨਾਂ ਨੂੰ ਆਪਣੀ ਰਜ਼ਾ ਵਿੱਚ ਰੱਖ ਲਿਆ। ਹਰ ਗੁਣ ਗਾਵੋ ਕਾਮਣੀ ਸੱਚੇ ਸ਼ਬਦ ਸਮਾਏ। ਪੈ ਕਾ ਸਹਿਜ ਸ਼ਿੰਗਾਰ ਕਰਹੁ ਸੱਚ ਰਹੋ ਲਿਵ ਲਾਏ। ਹੁਣ ਇਸ ਜੀਵ ਇਸਤਰੀ ਨੂੰ ਸਮਝਾਇਆ, ਕਹਿੰਦੇ ਹਰ ਗੁਣ ਗਾਵੋ ਕਾਮਣੀ, ਹੇ ਜੀਵ ਇਸਤਰੀ ਰੱਬ ਦੇ ਗੁਣਾਂ ਨੂੰ ਗਾਇਨ ਕਰ। ਸੱਚਾ ਸ਼ਬਦ ਸਮਾਏ, ਜਿਹਦੇ ਨਾਲ ਸੱਚੇ ਸ਼ਬਦ ਵਿੱਚ ਸਮਾਇਆ ਜਾਂਦਾ ਹੈ ਜਾਂ ਸੱਚੇ ਸ਼ਬਦ ਵਿੱਚ ਲੀਨਤਾ ਮਿਲਦੀ ਹੈ,
ਫਿਰ ਭੈ ਕਾ ਸਹਿਜ ਸ਼ਿੰਗਾਰ ਕਰੇ ਹੋ, ਕਹਿੰਦੇ ਰੱਬ ਦੇ ਨਿਰਮਲ ਭਾਉ ਦਾ ਜਿਹੜਾ ਸ਼ਿੰਗਾਰ ਹੈ ਉਹ ਕਰੋ। ਸੱਚ ਰਹੋ ਲਿਵ ਲਾਏ, ਤੇ ਆਪਣੀ ਜਿਹੜੀ ਲਿਵ ਹੈ ਉਹ ਹਮੇਸ਼ਾ ਸੱਚ ਵਿੱਚ ਜੋੜ ਕੇ ਰੱਖੋ। ਜਿਹਨੂੰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਹੋਰ ਬੜੀ ਪਿਆਰ ਨਾਲ ਸਾਨੂੰ ਸਮਝਾਇਆ, ਜਿਵੇਂ ਜੀਵ ਇਸਤਰੀ ਜਦੋਂ ਰੱਬ ਦੇ ਨਾਲ ਮਿਲਾਪ ਦੇ ਲਈ ਸ਼ਿੰਗਾਰ ਦੀ ਬਾਤ ਕਰਦੀ, ਤੇ ਉਦੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ। ਇਹ ਜੀਵ ਇਸਤਰੀਏ ਤੂੰ ਪ੍ਰੇਮ ਦਾ ਸ਼ਿੰਗਾਰ ਕਰ, ਤੇ ਰੱਬ ਦੇ ਨਿਰਮਲ ਭਾਉ ਦੀਆਂ ਜਿਹੜੀਆਂ ਸਲਾਈਆਂ ਨੇ ਉਹ ਆਪਣੀਆਂ ਅੱਖਾਂ ਵਿੱਚ ਦੇ। ਮਤਲਬ ਤੇਰੀਆਂ ਅੱਖਾਂ ਦੇ ਵਿੱਚ ਜਿਹੜਾ ਸੁਰਮਾ ਹੋਵੇ ਉਹ ਰੱਬ ਦੇ ਨਿਰਮਲ ਭਾਉ ਦਾ ਹੋਵੇ, ਤੇ ਤੇਰੇ ਜਿਹੜਾ ਸ਼ਿੰਗਾਰ ਹੋਵੇ ਉਹ ਤੇਰੇ ਕੋਲ ਰੱਬ ਦੇ ਪ੍ਰੇਮ ਦਾ ਤੇ ਪਿਆਰ ਦਾ ਹੋਵੇ। ਤੂੰ ਸ਼ਿੰਗਾਰ ਕਰਨਾ ਤੇ ਰੱਬ ਦੇ ਪਿਆਰ ਦਾ ਕਰ, ਅੱਖਾਂ ਵਿੱਚ ਸੁਰਮਾ ਪਾਉਣਾ ਤੇ ਰੱਬ ਦੇ ਨਿਰਮਲ ਭਾਉ ਦਾ ਪਾ। ਜਦੋਂ ਆ ਤੇਰੇ ਕੋਲ ਸ਼ਿੰਗਾਰ ਤੇ ਇਸ ਪ੍ਰਕਾਰ ਦਾ ਤੂੰ ਆਪਣੇ ਆਪ ਨੂੰ ਸਵਾਰਿਆ ਹੋਏਗਾ ਨਾ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਉਸ ਵਕਤ ਜੀਵ ਇਸਤਰੀ ਜਿਹੜੀ ਉਹਨੂੰ ਸੁਹਾਗਣ ਜਾਣਿਆ ਜਾਂਦਾ, ਸੁਹਾਗ ਭਾਗ ਵਾਲੀ ਉਹ ਜੀਵ ਇਸਤਰੀ ਜਾਣੀ ਜਾਂਦੀ ਹੈ, ਜਿਹੜੀ ਇਸ ਤਰ੍ਹਾਂ ਦਾ ਸ਼ਿੰਗਾਰ ਆਪਣੇ ਜੀਵਨ ਵਿੱਚ ਕਰ ਲੈਂਦੀ ਹੈ। ਅੱਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਭੈ ਕਾ ਸਹਿਜ ਸ਼ਿੰਗਾਰ ਕਰੇ ਹੋ, ਭਾਈ ਰੱਬ ਦੇ ਨਿਰਮਲ ਭਾਉ ਦਾ ਜਿਹੜਾ ਸ਼ਿੰਗਾਰ ਹੈ ਉਹ ਕਰ। ਸਹਿਜ ਅਵਸਥਾ ਤੂੰ ਆਪਣੇ ਜੀਵਨ ਅੰਦਰ ਹਾਸਲ ਕਰ। ਸੱਚ ਰਹੋ ਲਿਵ ਲਾਏ, ਤੇ ਆਪਣੀ ਜਿਹੜੀ ਸੁਰਤ ਹੈ ਉਹ ਸਦਾ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਵਿੱਚ ਜੋੜ ਕੇ ਰੱਖ। ਮਤਲਬ ਉਹਦੀ ਯਾਦ ਵਿੱਚ ਸਦਾ ਤੂੰ ਜੁੜੀ ਰਹੋ। ਨਾਨਕ ਨਾਮ ਮਨ ਵਸੈ, ਹਰ ਦਰਗਹ ਲੈ ਸੜਾਏ। ਫਿਰ ਸਤਿਗੁਰੂ ਜੀ ਆ ਕੇ ਆਖਦੇ, ਕਹਿੰਦੇ ਨਾਨਕ, ਹੇ ਨਾਨਕ, ਨਾਮੋ ਮਨ ਵਸੈ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦਾ ਨਾਮ ਜਿਹੜਾ ਉਹ ਵਸ ਜਾਂਦਾ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਰੱਬੀ ਯਾਦ ਨੂੰ ਵਸਾ ਲਿਆ, ਹਰ ਦਰਗਾਹ ਲਏ ਛਡਾਏ। ਰੱਬ ਫਿਰ ਉਹਨਾਂ ਨੂੰ ਦਰ ਦੇ ਉੱਤੇ ਛਡਾ ਲੈਂਦਾ, ਜਾਂ ਇਉਂ ਕਹਿ ਲਈਏ ਵੀ ਉਹਨਾਂ ਨੂੰ ਰੱਬ ਦੇ ਦਰ ਉੱਤੇ ਪ੍ਰਵਾਨਗੀ ਮਿਲ ਜਾਂਦੀ। ਹੁਣ ਖਿਆਲ ਕਰਿਓ, ਅੱਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਇਸ ਗੱਲ ਦੀ ਸਿੱਖਿਆ ਸਾਨੂੰ ਦੇ ਰਹੇ ਵੀ ਜਦੋਂ ਰੱਬ ਦਾ ਨਾਮ ਹਿਰਦੇ ਵਿੱਚ ਵਸਦਾ ਤੇ ਰੱਬ ਛਡਾ ਲੈਂਦਾ, ਆਪ ਕਿਰਪਾ ਕਰਕੇ ਸਾਰੇ ਬੰਧਨਾਂ ਤੋਂ ਆਜ਼ਾਦੀ ਵੀ ਕਰਾਉਂਦਾ, ਖਲਾਸੀ ਵੀ ਕਰਾਉਂਦਾ, ਤੇ ਸਾਨੂੰ ਪ੍ਰਵਾਨਗੀ ਵੀ ਉਹ ਦਿਵਾਉਂਦਾ। ਥੋੜਾ ਜਿਹਾ ਪੱਖ ਮੈਂ ਇਸੇ ਪੰਕਤੀ ਨੂੰ ਲੈ ਕੇ ਅੱਜ ਦੇ ਇਤਿਹਾਸ ਦਾ ਰੱਖਦਾ ਚੱਲਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਦੇ ਦਿਨ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਹੋ ਕੇ ਤੇ ਵਾਪਸ ਆਉਂਦੇ ਨੇ। ਜਦੋਂ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹੋਗੇ ਨਾ, ਤੇ ਸਤਿਗੁਰੂ ਹਰਗੋਬਿੰਦ ਜੀ ਦੇ ਜੀਵਨ ਵਿੱਚ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਵਿੱਚ ਜੋ ਸਤਿਗੁਰੂ ਜੀ ਨੇ ਨਵੇਕਲਾ ਰਸਤਾ ਸਿੱਖਾਂ ਨੂੰ ਦਿੱਤਾ, ਆਪਣੀਆਂ ਸਰੀਰਾਂ ਦੇ ਉੱਤੇ ਹਰ ਵਕਤ ਸ਼ਸਤਰਬੱਧ ਹੋ ਕੇ ਰਹਿਣਾ, ਆਪਣੀਆਂ ਜਵਾਨੀਆਂ ਗੁਰੂ ਚਰਨਾਂ ਵਿੱਚ ਭੇਟਾ ਕਰਨੀਆਂ, ਔਰ ਜੋ ਰਾਜਸੀ ਚਿੰਨ੍ਹ ਸਨ ਉਹ ਸਿੱਖਾਂ ਦੀ ਝੋਲੀ ਵਿੱਚ ਪਾਏ। ਜਾਂ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੇ ਮਨ ਅੰਦਰ ਸੂਰਮਤਾਈ ਜਿਹੜੀ ਉਹਨੂੰ ਪੈਦਾ ਕੀਤਾ ਵੀ ਤੁਸੀਂ ਹੁਣ ਖੁਦ ਆਪਣਾ ਜੀਵਨ ਜਿਹੜਾ ਉਹ ਇੱਕ ਜੁਝਾਰੂਆਂ ਵਾਂਗੂ, ਇੱਕ ਸੈਨਿਕਾਂ ਵਾਂਗੂ ਆਪਣਾ ਜੀਵਨ ਜਿਹੜਾ ਉਹਨਾਂ ਨੂੰ ਬਸਰ ਕਰੋ। ਇਹ ਇੱਕ ਬੜਾ ਵੱਡਾ ਤਬਦੀਲੀ ਸੀ ਜੋ ਸਮਾਜ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਲੈ ਕੇ ਆਉਂਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਵਿੱਚ। ਤੇ ਉਸ ਵਕਤ ਨਾ ਚੇਤੇ ਰੱਖਿਓ, ਇਤਿਹਾਸਕਾਰਾਂ ਨੂੰ ਜਦੋਂ ਪੜ੍ਹੋਗੇ ਤੇ ਇਤਿਹਾਸਕਾਰਾਂ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਗੁਰੂ ਕੇ ਸਿੱਖ ਸਤਿਗੁਰੂ ਕੀ ਇਸ ਨਵੀਂ ਨੀਤੀ ਤੋਂ ਇੰਨੇ ਕੁ ਪ੍ਰਭਾਵਿਤ ਹੋਏ ਕਿ ਜਿਹੜੇ ਚੱਲ ਕੇ ਆਉਂਦੇ ਨੇ ਨਾ ਗੁਰੂ ਦੀ ਸ਼ਰਨ ਉੱਤੇ, ਗੁਰੂ ਦੇ ਦਰ ਉੱਤੇ, ਤੇ ਉਹ ਆ ਕਰਕੇ ਸਤਿਗੁਰੂ ਨੂੰ ਇਹੀ ਕਹਿੰਦੇ ਨੇ ਵੀ ਸਤਿਗੁਰੂ ਸਾਡੇ ਕੋਲ ਭੇਟਾ ਕਰਨ ਲਈ ਕੁਝ ਨਹੀਂ ਸਿਵਾਏ ਇਹਨਾਂ ਜਵਾਨੀਆਂ ਤੋਂ। ਤੇ ਉਹਨਾਂ ਆਪਣੀਆਂ ਜਵਾਨੀਆਂ ਗੁਰੂ ਚਰਨਾਂ 'ਚ ਭੇਟਾ ਕੀਤੀਆਂ। ਤੇ ਬਕਾਇਦਾ ਇਤਿਹਾਸਕਾਰਾਂ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਜਿਹੜੇ ਗੁਰੂ ਦਰ ਉੱਤੇ ਆ ਕੇ ਆਪਣਾ ਆਪਾ ਸਮਰਪਿਤ ਕਰਦੇ ਨੇ ਨਾ, ਉਹ ਸਤਿਗੁਰੂ ਨੂੰ ਆ ਕੇ ਪਤਾ ਕੀ ਕਹਿੰਦੇ ਵੀ ਮਾਲਕ ਪਾਤਸ਼ਾਹ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ, 6 ਮਹੀਨਿਆਂ ਬਾਅਦ ਇੱਕ ਵਸਤਰ ਤੇ 2 ਵਕਤ ਦਾ ਭੋਜਨ ਸਾਨੂੰ ਇਹ ਮਿਲਦਾ ਜਾਏ, ਸਾਨੂੰ ਦੂਜੀ ਵਸਤੂ ਕੋਈ ਚਾਹੀਦੀ ਨਹੀਂ ਹੈ। ਔਰ ਸਾਰੇ ਹੈਰਾਨ ਸਨ, ਜਹਾਂਗੀਰ ਵਰਗੇ ਜਾਂ ਉਹਦੇ ਜਿਹੜੇ ਸਾਥੀ ਨੇ ਨਾ, ਉਹ ਇਸ ਗੱਲ ਕਰਕੇ ਹੈਰਾਨ ਸੀ ਵੀ ਇਹ ਜਿਹੜੇ ਗੁਰੂ ਦਰ ਉੱਤੇ ਸੈਨਿਕ ਨੇ ਜਾਂ ਜਿਹੜੇ ਸਿੱਖ ਰਹਿ ਰਹੇ ਨੇ, ਇਹ ਸਿਰਫ 2 ਵਕਤ ਦੇ ਪ੍ਰਸ਼ਾਦੇ ਤੇ ਆ 6 ਮਹੀਨਿਆਂ ਬਾਅਦ ਇੱਕ ਵਸਤਰ ਦੇ ਉੱਤੇ ਇਹ ਆਪਣੀ ਜ਼ਿੰਦਗੀਆਂ ਵੀ ਅਰਪਣ ਕਰਨ ਨੂੰ ਤਿਆਰ ਨੇ। ਇਹ ਹਾਲਾਤ ਜਿਹੜੇ ਨੇ ਨਾ, ਇਹ ਜਹਾਂਗੀਰ ਲਈ ਬੜੇ ਕਹਿ ਲੋ ਵੀ ਉਹਦੇ ਮਨ ਵਿੱਚ ਡਰ ਪੈਦਾ ਕਰਨ ਵਾਲੇ। ਜਿੱਥੇ ਜਹਾਂਗੀਰ ਦੇ ਮਨ ਵਿੱਚ ਡਰ ਪੈਦਾ ਹੁੰਦਾ ਹੈ,
ਉੱਥੇ ਡਰ ਪੈਦਾ ਕਰਨ ਵਾਲੇ ਉਹਦੇ ਆਸ-ਪਾਸ ਦੇ ਜਿਹੜੇ ਲੋਕ ਨੇ ਨਾ, ਕੰਨ ਤੇ ਉਹਨਾਂ ਹੀ ਭਰੇ ਜਹਾਂਗੀਰ ਦੇ, ਜਿਹੜਾ ਜਹਾਂਗੀਰ ਫਿਰ ਤਿਆਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਨ ਲਈ ਪਰ ਜਿਹੜਾ ਉਹ ਹੁਕਮ ਕਰਦਾ ਜਾਂ ਕੈਦ ਕਰਨ ਦੀ ਉਹ ਇੱਛਾ ਪ੍ਰਗਟ ਕਰਦਾ ਹੈ। ਹੁਣ ਚੇਤੇ ਰੱਖਿਓ, ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ, ਸ਼ਹਾਦਤ ਤੋਂ ਬਾਅਦ ਵਿੱਚ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀ ਨਵੀਂ ਨੀਤੀ ਅਪਣਾਈ ਹੈ ਨਾ, ਉਸ ਨਵੀਂ ਨੀਤੀ ਦਾ ਵਿਰੋਧ ਜਿਹੜਾ ਹੈ ਉਹ ਜਹਾਂਗੀਰ ਤੇ ਉਹਦੇ ਸਾਥੀਆਂ ਨੇ ਕੀਤਾ ਵੀ ਇਹ ਨਵੀਂ ਨੀਤੀ ਜਿਹੜੀ ਹੈ ਹੋ ਸਕਦਾ ਹੈ ਸਾਡੇ ਖਿਲਾਫ ਗੁਰੂ ਸਾਹਿਬ ਜਿਹੜੇ ਉਹ ਇੱਕ ਬੜਾ ਵੱਡਾ ਯੋਜਨਾ ਜਾਂ ਇੱਕ ਬੜੀ ਵੱਡੀ ਪਲੈਨਿੰਗ ਕਰ ਰਹੇ ਨੇ, ਜਿਸ ਕਰਕੇ ਹੋ ਸਕਦਾ ਉਹ ਸਾਡਾ ਰਾਜ ਭਾਗ ਵੀ ਖੋਹ ਲੈਣ। ਫਿਰ ਉਹਨੇ ਇੱਕ ਤਰਕੀਬ ਜਿਹੜੀ ਉਹ ਸੋਚੀ, ਕਿਉਂਕਿ ਜਿਹੜਾ ਪੰਜਾਬ ਦਾ ਗਵਰਨਰ ਉਸ ਵੇਲੇ ਬਣਾ ਕੇ ਭੇਜ ਦਿੱਤਾ ਸੀ, ਤੇ ਉਸ ਪੰਜਾਬ ਦੇ ਗਵਰਨਰ ਨੇ ਜਹਾਂਗੀਰ ਨੂੰ ਇਹੋ ਆਖਿਆ ਸੀ ਵੀ ਜਹਾਂਗੀਰ, ਜੇ ਹੁਣ ਪੰਜਾਬ ਦਾ ਚੰਗੇ ਢੰਗ ਨਾਲ ਰਾਜ ਪ੍ਰਬੰਧ ਨਾ ਸੰਭਾਲਿਆ ਗਿਆ ਤੇ ਸਾਰੇ ਦਾ ਸਾਰਾ ਪੰਜਾਬ ਦਾ ਰਾਜ ਪ੍ਰਬੰਧ ਸਾਡੇ ਹੱਥਾਂ ਵਿੱਚੋਂ ਚਲਾ ਜਾਏਗਾ। ਉਹਦੇ ਹੱਥ ਉਸ ਵਕਤ ਪੰਜਾਬ ਦਾ ਰਾਜ ਪ੍ਰਬੰਧ ਬੜਾ ਨਾਜ਼ੁਕ ਹੋ ਚੁੱਕਾ ਸੀ। ਕਾਰਨ ਕੀ ਕਿ ਜਹਾਂਗੀਰ ਜਿਹੜਾ ਉਹਦਾ ਸਾਰੇ ਦਾ ਸਾਰਾ ਖਿਆਲ ਗੁਜਰਾਤ ਦੇ ਇਲਾਕੇ ਵੱਲ ਸੀ, ਉਹ ਉਸ ਜਗ੍ਹਾ ਵਿੱਚ ਬੜਾ ਜ਼ਿਆਦਾ ਮਸਰੂਫ ਸੀ, ਜਿਸ ਕਰਕੇ ਪੰਜਾਬ ਦਾ ਰਾਜ ਪ੍ਰਬੰਧ ਬੜਾ ਹਲਕਾ ਜਿਹਾ ਹੁੰਦਾ ਗਿਆ। ਫਿਰ ਰਾਜ ਪ੍ਰਬੰਧ ਨੂੰ ਤਗੜਾ ਕਰਨ ਵਾਸਤੇ, ਰਾਜ ਪ੍ਰਬੰਧ ਚੰਗਾ ਕਰਨ ਵਾਸਤੇ ਜਹਾਂਗੀਰ ਨੇ ਨਵਾਂ ਗਵਰਨਰ ਨਿਯੁਕਤ ਕੀਤਾ, ਔਰ ਜਿਹੜਾ ਮੋਹਸਨ ਫਾਨੀ ਉਹ ਗਵਰਨਰ ਉਸ ਵਕਤ ਨਿਯੁਕਤ ਕਰਦਾ ਹੈ ਨਾ, ਤੇ ਉਸ ਵਕਤ ਉਹਨੇ ਜਹਾਂਗੀਰ ਨੂੰ ਇਹੋ ਆਖਿਆ ਸੀ ਵੀ ਜਹਾਂਗੀਰ, ਇਹ ਰਾਜ ਪ੍ਰਬੰਧ ਚੰਗੇ ਢੰਗ ਨਾਲ ਚਲਾ ਲਾ, ਨਹੀਂ ਤੇ ਪੰਜਾਬ ਉੱਤੇ ਆਪਣਾ ਬਹੁਤਾ ਚਿਰ ਰਾਜ ਚੱਲਣਾ ਨਹੀਂ। ਤੇ ਉਹਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੀਆਂ ਨੀਤੀਆਂ ਸਾਰੀਆਂ ਜਿਹੜੀਆਂ ਉਹ ਜਹਾਂਗੀਰ ਤੱਕ ਪਹੁੰਚਾਈਆਂ, ਤੇ ਜਹਾਂਗੀਰ ਫਿਰ ਆਖਦਾ ਵੀ ਹੁਣ ਇਹਨਾਂ ਨੂੰ ਕਿਲੇ ਦੇ ਵਿੱਚ ਤੁਸੀਂ ਬੰਦ ਕਰੋ, ਇਹਨਾਂ ਨੂੰ ਕੈਦ ਕਰੋ। ਹੁਣ ਕੈਦ ਕਰਨ ਲਈ ਵੀ ਉਹਨਾਂ ਨੂੰ ਤਰਕੀਬ ਬਣਾਉਣੀ ਪਈ। ਤਰਕੀਬ ਉਹ ਕੀ ਬਣਾਉਂਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਮਿਲਣਾ ਚਾਹੁੰਦਾ ਹੈ ਤੇ ਉਹਨਾਂ ਨੂੰ ਆਗਰੇ ਸੱਦਿਆ। ਹੁਣ ਜੇ ਉਹ ਇਹ ਕਹਿ ਦਿੰਦੇ ਕਿ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਨਾ ਚਾਹੁੰਦਾ ਹੈ ਜਾਂ ਉਹ ਕੈਦ ਕਰਨ ਵਾਸਤੇ ਇਹਨਾਂ ਨੂੰ ਸੱਦ ਰਿਹਾ, ਸੁਭਾਵਿਕ ਜਿਹੀ ਬਾਤ ਹੈ ਕਿ ਸਿੱਖ ਉਸ ਵਕਤ ਵਿਰੋਧ ਕਰਦੇ। ਉਹਨਾਂ ਫਿਰ ਬੜੀ ਵੱਡੀ ਇੱਕ ਯੋਜਨਾ ਦੇ ਅਧੀਨ ਗੁਰੂ ਹਰਗੋਬਿੰਦ ਸਾਹਿਬ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰਨ ਲਈ ਸੱਦਿਆ ਬਕਾਇਦਾ। ਤੇ ਇਹ ਬਹੁਤਾ ਚਿਰ ਗੱਲ ਛੁਪੀ ਨਾ ਰਹੀ। ਜਦੋਂ ਸਤਿਗੁਰੂ ਆਗਰੇ ਪਹੁੰਚ ਜਾਂਦੇ ਨੇ ਨਾ, ਤੇ ਆਗਰੇ ਪਹੁੰਚ ਜਾਣ ਤੋਂ ਬਾਅਦ ਵਿੱਚ ਜਦੋਂ ਸਤਿਗੁਰੂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਜਾਂਦਾ, ਕਾਫੀ ਸਮਾਂ ਲੰਘ ਗਿਆ, ਫਿਰ ਇਹ ਬਾਤ ਜਿਹੜੀ ਉਹਨੂੰ ਫੈਲਾਇਆ ਗਿਆ ਕਿ ਜਹਾਂਗੀਰ ਜਿਹੜਾ ਉਹ ਸਰੀਰ ਕਰਕੇ ਤੰਦਰੁਸਤ ਨਹੀਂ, ਜਿਸ ਕਰਕੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਤਪੱਸਿਆ ਕਰਨ ਵਾਸਤੇ ਰੋਕਿਆ। ਉਹ ਇਸ ਬਾਤ ਨੂੰ ਫਿਰ ਪ੍ਰਚਲਿਤ ਕੀਤਾ ਗਿਆ। ਇਹ ਵੀ ਬਾਤ ਬਹੁਤਾ ਚਿਰ ਨਾ ਚੱਲੀ। ਹੋਇਆ ਕੀ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਗਿਆ, ਰੱਖ ਲਿਆ ਗਿਆ, ਸਤਿਗੁਰੂ ਦੇ ਨਾਲ ਭਾਈ ਬਿਧੀ ਚੰਦ ਜੀ ਵੀ ਨੇ, ਮਲਕ ਪਾਤਸ਼ਾਹ ਦੇ ਨਾਲ ਭਾਈ ਪਿਰਾਣਾ ਜੀ, ਸਤਿਗੁਰੂ ਪਾਤਸ਼ਾਹ ਦੇ ਨਾਲ ਇੱਕ ਭਾਈ ਰਾਜੂ, ਔਰ ਹੋਰ 2 ਸਿੱਖ ਗੁਰੂ ਸਾਹਿਬ ਦੇ ਨਾਲ, ਕੁੱਲ 5 ਸਿੱਖ ਸਨ ਜਿਹੜੇ ਗਵਾਲੀਅਰ ਦੇ ਕਿਲੇ ਵਿੱਚ ਸਤਿਗੁਰੂ ਦੇ ਨਾਲ ਸਨ। ਮਾਲਕ ਜੀ ਦਾ ਹੁਕਮ ਲੈ ਕੇ ਇਹ ਪੰਜੇ ਦੇ ਪੰਜੇ ਜਿਹੜੇ ਉਸ ਜਗ੍ਹਾ ਤੋਂ ਨਾ ਬਾਹਰ ਆ ਗਏ, ਮਤਲਬ ਕਿਲੇ ਚੋਂ ਇਹ ਪੰਜੇ ਦੇ ਪੰਜੇ ਬਾਹਰ ਆ ਗਏ। ਇਹਨਾਂ ਨੇ ਆ ਕੇ ਸੰਗਤਾਂ ਵਿੱਚ ਸਤਿਗੁਰੂ ਜੀ ਦੇ ਜੋ ਉੱਥੇ ਹਾਲਾਤ ਸਨ ਉਹਨਾਂ ਨੂੰ ਦੱਸਿਆ। ਔਰ ਚੇਤੇ ਰੱਖਿਓ, ਉਸ ਜਗ੍ਹਾ ਦੇ ਉੱਤੇ ਗਵਾਲੀਅਰ ਦਾ ਕਿਲਾ, ਉਸ ਵਕਤ ਲੋਕਾਂ ਦੇ ਮਨ ਵਿੱਚ ਉਹਦੀ ਜੋ ਹਾਲਤ ਬਣੀ ਸੀ ਜਾਂ ਉਹ ਗਵਾਲੀਅਰ ਦੇ ਕਿਲੇ ਪ੍ਰਤੀ ਲੋਕਾਂ ਦੇ ਮਨ ਵਿੱਚ ਵਿਚਾਰ ਸਨ, ਉਹ ਇਹ ਸੀ ਵੀ ਅੱਜ ਤੱਕ ਜਿਹੜਾ ਵੀ ਗਵਾਲੀਅਰ ਦੇ ਕਿਲੇ ਵਿੱਚ ਗਿਆ ਉਹ ਕਦੇ ਵਾਪਸ ਨਹੀਂ ਪਰਤਿਆ। ਕਿਉਂਕਿ ਗਵਾਲੀਅਰ ਦੇ ਕਿਲੇ ਵਿੱਚ ਜਿਹਨੂੰ ਵੀ ਕੈਦ ਕੀਤਾ ਜਾਂਦਾ ਸੀ ਨਾ, ਉਹਨੂੰ ਜਿੱਥੇ ਭੋਜਨ ਦਿੱਤਾ ਜਾਂਦਾ ਸੀ, ਉਸ ਭੋਜਨ ਦੇ ਅੰਦਰ ਨਾਲ ਉਹਨੂੰ, ਜਿਹਨੂੰ ਆਪਾਂ ਅੱਜ ਦੀ ਭਾਸ਼ਾ 'ਚ ਗੱਲ ਕਰਾਂਗੇ ਤੇ ਸਵੀਟ ਪੁਆਇਜ਼ਨ ਵੀ ਦਿੱਤਾ ਜਾਂਦਾ ਸੀ, ਮਤਲਬ ਉਹਨੂੰ ਮਿੱਠੀ ਜ਼ਹਿਰ ਵੀ ਦਿੱਤੀ ਜਾਂਦੀ ਸੀ। ਉਹ ਜ਼ਹਿਰ ਖਾਂਦਿਆਂ ਖਾਂਦਿਆਂ ਹੌਲੀ ਹੌਲੀ ਉਹ ਖਾਣ ਵਾਲਾ ਜਿਹੜਾ ਹੈ ਉੱਥੇ ਹੀ ਆਪਣੇ ਪ੍ਰਾਣ ਤਿਆਗ ਦਿੰਦਾ ਸੀ। ਗਵਾਲੀਅਰ ਦੇ ਕਿਲੇ ਵਿੱਚੋਂ ਅੱਜ ਤੱਕ ਕੋਈ ਬਾਹਰ ਨਹੀਂ ਸੀ ਆਇਆ। ਸਤਿਗੁਰੂ ਪਾਤਸ਼ਾਹ ਜੀ ਉੱਥੋਂ ਦੀ ਨੀਤੀ ਸਾਰੀ ਨੂੰ ਸਮਝ ਚੁੱਕੇ ਸਨ ਤੇ ਮਾਲਕ ਜੀ ਦੇ ਪ੍ਰਸ਼ਾਦੇ ਦਾ ਪ੍ਰਬੰਧ ਉਸ ਕਿਲੇ ਵਿੱਚ ਨਹੀਂ ਹੋਇਆ। ਸਤਿਗੁਰੂ ਜੀ ਨੇ ਆਪਣੇ ਪ੍ਰਸ਼ਾਦੇ ਦਾ ਪ੍ਰਬੰਧ ਜਿਹੜਾ ਹੈ ਉਹ ਕਿਲੇ ਦਾ ਜਿਹੜਾ ਉਸ ਵਕਤ ਜੇਲਰ ਸੀ ਨਾ, ਉਸ ਜੇਲਰ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਇਸ ਸੇਵਾ ਨੂੰ ਕਮਾਇਆ। ਉਹਨੇ ਗੁਰੂ ਸਾਹਿਬ ਨੂੰ ਆਖਿਆ ਜੀ ਆਪ ਜੀ ਦੇ ਪ੍ਰਸ਼ਾਦੇ ਭੋਜਨ ਦੀ ਸੇਵਾ ਮੈਂ ਕਰਾਂਗਾ, ਤੇ ਉਹ ਬਕਾਇਦਾ ਆਪਣੇ ਘਰ ਵਿੱਚੋਂ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਲਈ ਲੈ ਕੇ ਆਉਂਦਾ। ਤੇ ਸਤਿਗੁਰੂ ਜੀ ਨੇ ਬਕਾਇਦਾ ਇਹ ਆਖਿਆ ਸੀ
ਵੀ ਸਾਡੇ ਲਈ 36 ਪ੍ਰਕਾਰ ਦੇ ਭੋਜਨ ਨਹੀਂ, ਅਸੀਂ ਕੇਵਲ ਅਲੂਣਾ ਪ੍ਰਸ਼ਾਦਾ ਹੀ ਛਕਣਾ ਚਾਹੁੰਦੇ ਆ। ਤੇ ਉਦੋਂ ਗੁਰੂ ਹਰਗੋਬਿੰਦ ਸਾਹਿਬ ਲਈ ਅਲੂਣਾ ਪ੍ਰਸ਼ਾਦਾ ਬਣ ਕੇ ਆਉਂਦਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਉੱਥੇ ਅਲੂਣਾ ਪ੍ਰਸ਼ਾਦਾ ਛਕਦੇ ਨੇ ਤੇ ਸਮਾਂ ਇਸ ਢੰਗ ਨਾਲ ਬਤੀਤ ਕਰਦੇ। ਇਤਿਹਾਸਕਾਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਕੈਦ ਦਾ ਜਿਹੜਾ ਸਮਾਂ ਉਹ ਵੱਖਰਾ ਵੱਖਰਾ ਦੱਸਿਆ। ਕਈਆਂ ਨੇ ਸਤਿਗੁਰੂ ਜੀ ਦੀ ਕੈਦ ਦਾ ਸਮਾਂ 12 ਸਾਲ ਦੱਸਿਆ, ਕਈਆਂ ਨੇ ਗੁਰੂ ਪਾਤਸ਼ਾਹ ਦੀ ਕੈਦ ਦਾ ਸਮਾਂ 2 ਤੋਂ 3 ਸਾਲ ਦੱਸਿਆ। ਹੁਣ 2 ਤੋਂ 3 ਸਾਲ ਦਾ ਸਮਾਂ ਜਿਹੜਾ ਉਹ ਗਵਾਲੀਅਰ ਦੇ ਕਿਲੇ ਵਿੱਚ ਹੈ, ਅਸੀਂ ਇਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪਰ ਜਿੱਥੇ ਗਵਾਲੀਅਰ ਦੇ ਕਿਲੇ ਵਿੱਚ ਸਮਾਂ 2 ਤੋਂ 3 ਸਾਲ ਦਾ, 12 ਸਾਲ ਦੇ ਸਮੇਂ ਨੂੰ ਵੀ ਅਸੀਂ ਅੱਖੋਂ ਪਰੋਖਾ ਨਹੀਂ ਕਰ ਸਕਦੇ। ਕਾਰਨ ਸਤਿਗੁਰੂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਹੋ ਜਾਂਦੇ ਨੇ, ਪਰ ਗੁਰੂ ਸਾਹਿਬ ਜੀ ਨੂੰ ਨਜ਼ਰਬੰਦ ਫਿਰ ਵੀ ਰੱਖਿਆ ਗਿਆ। ਜਿਸ ਪਾਸੇ ਵੀ ਗੁਰੂ ਸਾਹਿਬ ਨੇ ਜਾਣਾ, ਮਾਲਕ ਪਾਤਸ਼ਾਹ ਨੂੰ ਬਕਾਇਦਾ ਨਜ਼ਰਬੰਦ, ਗੁਰੂ ਸਾਹਿਬ ਤੇ ਨਜ਼ਰ ਰੱਖੀ ਜਾਣੀ। ਇਸ ਤਰੀਕੇ ਨਾਲ ਸਮਾਂ ਜਿਹੜਾ 12 ਸਾਲਾਂ ਦਾ ਬਣਦਾ। ਜੇ ਗਵਾਲੀਅਰ ਦੇ ਕਿਲੇ ਵਿਚਲੀ ਕੈਦ ਦੀ ਗੱਲ ਕਰਾਂਗੇ ਤੇ ਉਹ ਸਮਾਂ 2 ਤੋਂ 3 ਸਾਲ ਦਾ। ਹੁਣ ਖੈਰ, ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ, ਉਧਰੋਂ ਕੈਦ ਕੀਤਾ। ਦੂਜੇ ਪਾਸੇ ਜਹਾਂਗੀਰ ਜਿਹੜਾ ਉਹ ਨੂਰ ਜਹਾਂ ਦੇ ਨਾਲ ਆਪਣਾ ਵਿਆਹ 1609 ਈਸਵੀ ਵਿੱਚ ਕਰ ਲੈਂਦਾ, ਪਰ ਸਮਾਜ ਵਿੱਚ ਉਹਨੇ ਇਸ ਬਾਤ ਨੂੰ ਬਹੁਤਾ ਪ੍ਰਚਾਰਿਆ ਨਹੀਂ। ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਦੁਨੀਆ ਤੋਂ ਲੁਕ ਕੇ ਨੂਰ ਜਹਾਂ ਦੇ ਨਾਲ ਉਹ ਆਪਣਾ ਵਿਆਹ 1609 ਵਿੱਚ ਕਰ ਲੈਂਦਾ। 1609 ਵਿੱਚ ਉਹਦਾ ਵਿਆਹ ਹੋਇਆ, ਪਰ ਉਹਨੇ ਇਸ ਬਾਤ ਨੂੰ ਬਹੁਤਾ ਪ੍ਰਗਟਾਇਆ ਨਾ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਹਾਂਗੀਰ ਨੂੰ ਸ਼ਰਾਬ ਦੀ ਲੱਤ ਤੇ ਜਵਾਨੀ ਵਿੱਚ ਹੀ ਸੀ, ਪਰ ਜਦੋਂ ਨੂਰ ਜਹਾਂ ਦੇ ਨਾਲ ਉਹਦਾ ਵਿਆਹ ਹੁੰਦਾ ਹੈ ਤੇ ਨੂਰ ਜਹਾਂ ਦੇ ਨਾਲ ਵਿਆਹ ਤੋਂ ਬਾਅਦ ਚ ਉਹਦੀ ਇਹ ਸ਼ਰਾਬ ਦੀ ਲੱਤ ਬਹੁਤ ਜ਼ਿਆਦਾ ਵੱਧ ਗਈ। ਉਹ ਦਿਨ ਰਾਤ ਸ਼ਰਾਬ ਦੇ ਨਸ਼ੇ ਵਿੱਚ ਮਸਤ ਰਹਿਣ ਲੱਗਾ। ਦਿਨ ਰਾਤ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਮਸਤ ਰਹਿਣ ਲੱਗਾ, ਰਾਜ ਸੱਤਾ ਵੱਲ ਕੋਈ ਬਹੁਤਾ ਖਿਆਲ ਨਾ ਰਿਹਾ। ਹੁਣ ਰਾਜ ਸੱਤਾ ਵਿੱਚ ਹੁੰਦਾ ਉਹ ਹੀ ਹੈ ਜੋ ਨੂਰ ਜਹਾਂ ਚਾਹੁੰਦੀ ਹੈ। ਤੇ ਨੂਰ ਜਹਾਂ ਖਿਆਲ ਕਰਿਓ, ਉਹ ਧਾਰਮਿਕ ਵਿਚਾਰਾਂ ਵਾਲੀ ਹੈ, ਉਹ ਧਾਰਮਿਕ ਬਿਰਤੀ ਦੀ ਮਾਲਕ ਹੈ। ਜਿੱਥੇ ਧਾਰਮਿਕ ਬਿਰਤੀ ਦੀ ਮਾਲਕ ਹੈ, ਉੱਥੇ ਉਹ ਸਾਈਂ ਮੀਆਂ ਮੀਰ ਦੀ ਸ਼ਰਧਾਲੂ ਵੀ ਹੈ। ਉਹੀ ਸਾਈਂ ਮੀਆਂ ਮੀਰ ਜਿਹੜਾ ਗੁਰੂ ਅਰਜਨ ਸਾਹਿਬ ਦੇ ਵੇਲੇ, ਗੁਰੂ ਸਾਹਿਬ ਜਦੋਂ ਤਤੀ ਤਵੀ ਤੇ ਸੁਭਾਏਮਾਨ ਨੇ, ਜਿਸ ਵਕਤ ਜਹਾਂਗੀਰ ਵੱਲੋਂ ਤਤੀ ਤਵੀ ਉੱਤੇ ਗੁਰੂ ਸਾਹਿਬ ਨੂੰ ਬਿਠਾਇਆ ਜਾਂਦਾ ਹੈ, ਤੇ ਉਸ ਵਕਤ ਸਾਈਂ ਮੀਆਂ ਮੀਰ ਜਿਹੜਾ ਗੁਰੂ ਸਾਹਿਬ ਕੋਲ ਖੜੋਤਾ, ਇਹ ਕਹਿੰਦਾ ਵੀ ਮਾਲਕ ਜੀ ਜੇ ਆਪ ਜੀ ਦਾ ਹੁਕਮ ਹੋਵੇ ਤੇ ਅਸੀਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿੰਨੇ ਆ। ਉਹੀ ਸਾਈਂ ਮੀਆਂ ਮੀਰ ਦੀ ਸ਼ਰਧਾਲੂ ਹੈ ਇਹ ਨੂਰ ਜਹਾਂ ਜਿਹੜੀ। ਹੁਣ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਇਹਨੂੰ ਪਤਾ ਲੱਗਦਾ, ਕਿਉਂਕਿ ਸਾਈਂ ਮੀਆਂ ਮੀਰ ਗੁਰੂ ਅਰਜਨ ਸਾਹਿਬ ਦਾ ਸ਼ਰਧਾਲੂ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਵੀ ਸ਼ਰਧਾਲੂ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਜਦੋਂ ਇਹਨੂੰ ਪਤਾ ਲੱਗਦਾ ਤੇ ਇਹਨੇ ਇੱਕ ਬੜੀ ਵੱਡੀ ਤਰਕੀਬ ਚੱਲੀ ਉਸ ਵਕਤ। ਇਹ ਤਰਕੀਬ ਕੀ ਚਲਾਉਂਦੀ? ਕਿਉਂਕਿ ਕੈਦ ਤੇ ਗੁਰੂ ਸਾਹਿਬ ਨੂੰ ਕਰ ਲਿਆ, ਹੁਣ ਆਜ਼ਾਦ ਕਰਨ ਲਈ ਜਹਾਂਗੀਰ ਨੂੰ ਮਜਬੂਰ ਕਿਉਂ ਹੋਣਾ ਪਿਆ? ਚੇਤਾ ਰੱਖਿਓ, ਨੂਰ ਜਹਾਂ ਦੇ ਲਈ ਜਹਾਂਗੀਰ ਕੁਝ ਵੀ ਕਰਨ ਲਈ ਤਿਆਰ ਹੈ। ਉਹਨੂੰ ਭਾਵੇਂ ਕਿਸੇ ਪ੍ਰਕਾਰ ਦਾ ਵੀ ਨੂਰ ਜਹਾਂ ਨੇ ਹੁਕਮ ਕੀਤਾ ਤੇ ਜਹਾਂਗੀਰ ਨੇ ਕਿਸੇ ਪ੍ਰਕਾਰ ਵੀ ਨੂਰ ਜਹਾਂ ਦੇ ਸ਼ਬਦ ਮੋੜੇ ਨਹੀਂ। ਉਹਨੇ ਸ਼ਰਾਬ ਦੀ ਲੱਤ ਵਿੱਚ ਇੰਨਾ ਕੁ ਮਸਤ ਕਰ ਦਿੱਤਾ ਉਹਨੂੰ ਕਿ ਉਹ ਰਾਜ ਭਾਗ ਦਾ ਵੀ ਬਹੁਤਾ ਖਿਆਲ ਨਾ ਰਿਹਾ ਤੇ ਨਾਲ ਨਾਲ ਉਹਦਾ ਸਰੀਰ ਵੀ ਰੋਗੀ ਹੁੰਦਾ ਗਿਆ, ਇੰਨਾ ਕੁ ਰੋਗੀ ਹੋ ਗਿਆ। ਹੁਣ ਵੈਦਾਂ ਨੇ ਵੀ ਬੜਾ ਇਲਾਜ ਕੀਤਾ, ਬੜੀ ਕੋਸ਼ਿਸ਼ ਕੀਤੀ ਕਿ ਜਹਾਂਗੀਰ ਠੀਕ ਹੋ ਜਾਏ। ਇਸ ਗੱਲ ਦਾ ਲਾਭ ਜਿਹੜਾ ਉਹ ਨੂਰ ਜਹਾਂ ਚੁੱਕਦੀ ਹੈ ਤੇ ਨੂਰ ਜਹਾਂ ਨੇ ਉਹਨੂੰ ਕਿਹਾ ਵੀ ਤੁਹਾਡੀ ਜਿਹੜੀ ਰੋਗੀ ਹੋਣ ਦਾ ਕਾਰਨ ਹੈ ਜਾਂ ਦੇਹੀ ਨੂੰ ਰੋਗ ਲੱਗਣ ਦੇ ਕਾਰਨ ਨੇ, ਇਹ ਕਾਰਨ ਇਹੀ ਹੈ ਕਿ ਤੁਸੀਂ ਇੱਕ ਪੀਰ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ। ਜੇ ਅਰੋਗਤਾ ਚਾਹੁੰਦੇ ਹੋ ਤੇ ਅਰੋਗਤਾ ਤੁਹਾਨੂੰ ਤਾਂ ਮਿਲਣੀ, ਉਸ ਪੀਰ ਨੂੰ ਗਵਾਲੀਅਰ ਦੇ ਕਿਲੇ ਚੋਂ ਆਜ਼ਾਦ ਕਰੋ। ਜਹਾਂਗੀਰ ਨੂੰ ਬਕਾਇਦਾ ਨੂਰ ਜਹਾਂ ਆਖਦੀ ਹੈ। ਨੂਰ ਜਹਾਂ ਨੂੰ ਜਿਹੜੀ ਪ੍ਰੇਰਨਾ ਮਿਲ ਰਹੀ ਉਹ ਸਾਈਂ ਮੀਆਂ ਮੀਰ ਵੱਲੋਂ, ਹੋਰ ਧਾਰਮਿਕ ਸ਼ਖਸੀਅਤਾਂ ਵੱਲੋਂ ਮਿਲ ਰਹੀ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਾਂ ਗਵਾਲੀਅਰ ਦੇ ਕਿਲੇ ਚੋਂ ਆਜ਼ਾਦ ਕਰਾਉਣਾ। ਇੱਕ ਪੱਖ ਤੇ ਇਹ ਹੈ। ਹੁਣ ਦੂਜਾ ਚੇਤਾ ਰੱਖਿਓ, ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ, ਉਸ ਵਕਤ ਬਾਬਾ ਬੁੱਢਾ ਜੀ ਦੀ ਉਮਰ ਵੀ ਕਾਫੀ ਵਡੇਰੀ ਹੋ ਚੁੱਕੀ ਸਰੀਰ ਕਰਕੇ, ਤੇ ਬਾਬਾ ਬੁੱਢਾ ਜੀ ਦੇ ਨਾਲ ਨਾਲ ਜਿਹੜੀ ਭਾਈ ਗੁਰਦਾਸ ਜੀ ਦੀ ਉਮਰ ਹੈ ਸਰੀਰਕ, ਉਹ ਵੀ 70 ਕੁ ਸਾਲਾਂ ਦੀ ਇਤਿਹਾਸਕਾਰਾਂ ਨੇ ਦੱਸੀ ਉਸ ਵਕਤ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ। ਹੁਣ ਉਸ ਵਕਤ ਕੀ ਹੋਇਆ ਵੀ ਸਿੱਖ ਸੰਗਤਾਂ ਦੇ ਮਨ ਵਿੱਚ ਰੋਸ ਪੈਦਾ ਹੋਇਆ। ਹੁਣ ਰੋਸ ਪੈਦਾ ਹੁੰਦਾ ਤੇ ਭਾਈ ਗੁਰਦਾਸ ਔਰ ਬਾਬਾ ਬੁੱਢਾ ਜੀ ਨੇ ਪ੍ਰਚਾਰ ਜਿਹੜਾ ਉਹਨੂੰ ਆਰੰਭਿਆ। ਇਹਨਾਂ ਪ੍ਰਚਾਰ ਕਰਨ ਦੇ ਲਈ, ਕਿਉਂਕਿ ਸਰੀਰ ਵਡੇਰੇ ਸਨ, ਬਹੁਤੀਆਂ ਥਾਵਾਂ ਉੱਤੇ ਜਾ ਕੇ ਪ੍ਰਚਾਰ ਹੋਣਾ ਨਹੀਂ ਸੀ,
ਇਹਨਾਂ ਪ੍ਰਚਾਰ ਕਰਨ ਲਈ ਇੱਕ ਤਰਕੀਬ ਬਣਾਈ। ਉਹ ਤਰਕੀਬ ਇਹ ਬਣਾਉਂਦੇ, ਇਹਨਾਂ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ। ਹੁਣ ਉਹ ਚੌਂਕੀਆਂ ਜਿਹੜੀਆਂ ਸ਼ਾਮ ਵੇਲੇ ਕੱਢੀਆਂ ਜਾਂਦੀਆਂ, ਉਹ ਚੌਂਕੀਆਂ ਜਿਹੜੀਆਂ ਲੱਗਦੀਆਂ ਨੇ, ਸੰਗਤਾਂ ਇੱਕ ਪਿੰਡ ਤੋਂ ਦੂਜੇ ਪਿੰਡ 'ਚ ਇਕੱਠੀਆਂ ਹੁੰਦੀਆਂ। ਹੌਲੀ ਹੌਲੀ ਉਹ ਚੌਂਕੀਆਂ ਵਧੀਆਂ, ਇੱਕ ਸ਼ਹਿਰ ਦੀ ਸੰਗਤ ਦੂਜੇ ਸ਼ਹਿਰ ਜਾਣ ਲੱਗ ਪਈ। ਤੇ ਇਸੇ ਤਰ੍ਹਾਂ ਜਦੋਂ ਬਹੁਤਾ ਪ੍ਰਚਾਰ ਹੋਣ ਲੱਗ ਗਿਆ, ਫਿਰ ਸਿੱਖ ਸੰਗਤਾਂ ਗਵਾਲੀਅਰ ਤੱਕ ਪਹੁੰਚਣ ਲੱਗ ਪਈਆਂ। ਗਵਾਲੀਅਰ ਤੱਕ ਜਾ ਕੇ ਜਿਸ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਕੈਦ ਨੇ, ਉੱਥੋਂ ਦੀਆਂ ਦੀਵਾਰਾਂ ਨੂੰ ਨਮਸਕਾਰਾਂ ਕਰ ਕਰਕੇ ਸੰਗਤਾਂ ਵਾਪਸ ਪਰਤਦੀਆਂ ਨੇ। ਜਹਾਂਗੀਰ ਤੱਕ ਇਹ ਸਾਰੀਆਂ ਖਬਰਾਂ ਪਹੁੰਚਦੀਆਂ ਨੇ ਤੇ ਉਹਨੂੰ ਪਤਾ ਲੱਗ ਗਿਆ ਵੀ ਆ ਰੋਸ ਹੁਣ ਸੰਗਤਾਂ ਦੇ ਮਨ ਵਿੱਚ ਵੱਧਦਾ ਜਾ ਰਿਹਾ ਹੈ ਤੇ ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਜ਼ਾਦ ਨਾ ਕੀਤਾ ਗਿਆ ਤੇ ਹੋ ਸਕਦਾ ਕਿਸੇ ਨਾ ਕਿਸੇ ਬਗਾਵਤ ਦਾ ਸਾਹਮਣਾ ਕਰਨਾ ਪਏ। ਆ ਦੋ ਕਾਰਨ ਬਣ ਗਏ। ਜਹਾਂਗੀਰ ਨੂੰ ਮਜਬੂਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਜ਼ਾਦ ਕਰਨਾ ਪਿਆ। ਹੋ ਸਕਦਾ ਬਗਾਵਤ ਦਾ ਉਹਦੇ ਮਨ ਵਿੱਚ ਕੋਈ ਖੌਫ ਨਾ ਰਹਿੰਦਾ, ਬਗਾਵਤ ਦਾ ਡਰ ਉਹਦੇ ਮਨ ਵਿੱਚ ਕੋਈ ਨਾ ਪੈਂਦਾ, ਪਰ ਆਪਣੀ ਸਿਹਤ ਨੂੰ ਲੈ ਕੇ ਉਹ ਵੀ ਬੜਾ ਪਰੇਸ਼ਾਨ ਸੀ, ਬੜਾ ਦੁਖੀ ਸੀ ਵੀ ਮੇਰੀ ਸਿਹਤ ਜਿਹੜੀ ਇਹ ਤੰਦਰੁਸਤ ਹੋ ਜਾਏ, ਮੇਰਾ ਰੋਗ ਕੱਟਿਆ ਜਾਏ। ਜਿਸ ਕਰਕੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲੇ ਵਿੱਚੋਂ ਆਜ਼ਾਦ ਕਰਨ ਦੀ ਬਾਤ ਨੂੰ ਮੰਨਿਆ। ਹੁਣ ਕਿਉਂਕਿ ਖਿਆਲ ਰੱਖਿਓ, ਜੇ ਗੁਰੂ ਸਾਹਿਬ ਨੂੰ ਜਹਾਂਗੀਰ ਦੀ ਮਰਜ਼ੀ ਦੇ ਖਿਲਾਫ ਆਜ਼ਾਦ ਕੀਤਾ ਜਾਂਦਾ ਨਾ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਆਜ਼ਾਦੀ ਵਕਤ ਫਿਰ ਮਾਲਕ ਜੀ ਇਹ ਨਾ ਕਹਿੰਦੇ ਕਿ ਮੈਂ ਤੇ ਆਜ਼ਾਦ ਹੋਣਾ, ਪਰ ਨਾਲ ਮੇਰੇ ਜਿਹੜੇ ਬਾਕੀ ਆਜ਼ਾਦ ਕੈਦ ਨੇ ਨਾ ਰਾਜੇ, ਜਾਂ ਬਾਕੀ ਕੈਦੀ ਕੈਦ ਨੇ, ਉਹਨਾਂ ਸਾਰਿਆਂ ਨੂੰ ਆਜ਼ਾਦ ਕੀਤਾ ਜਾਏ। ਉਸ ਵਕਤ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਜ਼ਾਦ ਹੋਣ ਲੱਗੇ ਨੇ ਨਾ, ਤੇ ਉਹਨਾਂ ਰਾਜਿਆਂ ਨੇ ਆਪਣੀ ਬੇਨਤੀ ਗੁਰੂ ਚਰਨਾਂ 'ਚ ਕੀਤੀ ਵੀ ਸਤਿਗੁਰਾਂ, ਜੇ ਤੁਸੀਂ ਆਜ਼ਾਦ ਕਰਾਓਗੇ ਤੇ ਆਜ਼ਾਦੀ ਮਿਲਣੀ, ਨਹੀਂ ਸਾਨੂੰ ਵੀ ਆਜ਼ਾਦੀ ਨਹੀਂ ਮਿਲਣੀ, ਸਾਡੀ ਮੌਤ ਇੱਥੇ ਹੀ ਹੋਣੀ, ਅਸੀਂ ਇੱਥੇ ਹੀ ਮਾਰੇ ਜਾਣਾ। ਉਹ ਸਾਰੇ ਦੇ ਸਾਰੇ ਪਹਾੜੀ ਰਾਜੇ ਜਿਹੜੇ ਉਸ ਵਕਤ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ ਨਾ, ਜਦੋਂ ਖੁਸਰੋ ਨੇ ਬਗਾਵਤ ਕੀਤੀ ਸੀ ਤੇ ਖੁਸਰੋ ਦੀ ਬਗਾਵਤ ਵਕਤ ਜਿਨ੍ਹਾਂ ਰਾਜਿਆਂ ਨੇ ਖੁਸਰੋ ਦਾ ਸਾਥ ਦਿੱਤਾ, ਉਹਨਾਂ ਸਾਰੇ ਰਾਜਿਆਂ ਨੂੰ ਜਹਾਂਗੀਰ ਨੇ ਕੈਦ ਵਿੱਚ ਰੱਖ ਲਿਆ, ਗਵਾਲੀਅਰ ਦੇ ਕਿਲੇ 'ਚ ਬੰਦ ਕਰ ਦਿੱਤਾ। ਉਸ ਕਿਲੇ ਵਿੱਚ ਬੰਦ ਕਰਨ ਦਾ ਕਾਰਨ ਇਹ ਸੀ ਵੀ ਉੱਥੋਂ ਅੱਜ ਤੱਕ ਕੋਈ ਵਾਪਸ ਨਹੀਂ ਸੀ ਮੁੜਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਅੱਗੇ ਇਹਨਾਂ ਅਰਦਾਸ ਕੀਤੀ, ਮਾਲਕ ਨੇ ਇਹਨਾਂ ਦੀਆਂ ਬੇਨਤੀਆਂ ਨੂੰ ਪ੍ਰਵਾਨਿਆ। ਮੈਂ ਪਾਖੇ ਤਾਂ ਰੱਖ ਰਿਹਾ, ਜਿਵੇਂ ਅੱਜ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾ, ਧੰਨ ਗੁਰੂ ਅਮਰਦਾਸ ਜੀ ਨੇ, ਕਿ ਜਦੋਂ ਹਿਰਦੇ ਵਿੱਚ ਰੱਬ ਦਾ ਨਾਮ ਵਸ ਜਾਂਦਾ ਤੇ ਉਹ ਹਰ ਦਰਗਾਹ ਲਏ ਛਡਾਏ, ਉਹ ਰੱਬ ਦੇ ਦਰ ਉੱਤੇ ਵੀ ਪਰਮੇਸ਼ਵਰ ਆਪ ਛਡਾ ਲੈਂਦਾ। ਇਹ ਤੇ ਫਿਰ ਇੱਕ ਗਵਾਲੀਅਰ ਦਾ ਕਿਲਾ ਜਿੱਥੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਸਿੱਖ ਰਾਜੇ ਜਿਹੜੇ ਉਹ ਅਰਦਾਸ ਕਰ ਰਹੇ ਨੇ। ਹੁਣ ਉਹਨਾਂ ਰਾਜਿਆਂ ਨੇ ਜਦੋਂ ਅਰਦਾਸ ਕੀਤੀ ਤੇ ਮਾਲਕ ਪਾਤਸ਼ਾਹ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨਿਆ, ਤੇ ਬੇਨਤੀ ਨੂੰ ਪ੍ਰਵਾਨਦਿਆਂ ਹੋਇਆ ਨਾ ਜਹਾਂਗੀਰ ਦੇ ਅੱਗੇ ਇਹ ਪੱਖ ਰੱਖਿਆ ਗਿਆ ਕਿ ਗੁਰੂ ਸਾਹਿਬ ਕਹਿੰਦੇ ਅਸੀਂ ਆਜ਼ਾਦ ਤਾਂ ਹੋਵਾਂਗੇ, ਗਵਾਲੀਅਰ ਦੇ ਕਿਲੇ ਵਿੱਚੋਂ ਤਾਂ ਜਾਵਾਂਗੇ ਜੇ ਸਾਡੇ ਨਾਲ ਬਾਕੀ ਕੈਦੀ ਜਿਹੜੇ ਉਹਨਾਂ ਨੂੰ ਵੀ ਆਜ਼ਾਦ ਕੀਤਾ ਜਾਏ। ਹੁਣ ਉਹਨੇ ਫਿਰ ਸੋਚਿਆ ਜਹਾਂਗੀਰ ਨੇ ਵੀ ਜੇ ਸਾਰਿਆਂ ਨੂੰ ਆਜ਼ਾਦ ਕਰ ਦਿੱਤਾ, ਹੋ ਸਕਦਾ ਫਿਰ ਬਾਗੀ ਬਣ ਗਏ ਤੇ ਮੇਰੇ ਖਿਲਾਫ ਬਗਾਵਤ ਕਰਨ। ਉਹਨੇ ਇੱਕ ਤਰਕੀਬ ਹੋਰ ਬਣਾਈ ਵੀ ਕਿੰਨੇ ਜਿਹੜੇ ਗੁਰੂ ਸਾਹਿਬ ਦੇ ਪੱਲੇ ਨਾਲ ਲੱਗ ਕੇ ਤੇ ਜਿਹੜੇ ਲੰਘ ਜਾਣਗੇ। ਉਹਨੂੰ ਇਹ ਨਹੀਂ ਸੀ ਪਤਾ ਵੀ ਜਿੱਥੇ ਮੈਂ ਸੋਚਦਾ ਆ ਗੁਰੂ ਹਰਗੋਬਿੰਦ ਸਾਹਿਬ ਉਦੋਂ ਅਗਾਂਹ ਦੀਆਂ ਵਿਚਾਰਾਂ ਉਹਨਾਂ ਦੇ ਮਨ ਵਿੱਚ ਚੱਲਦੀਆਂ ਨੇ। ਜਹਾਂਗੀਰ ਨੇ ਜੋ ਸੋਚ ਰੱਖੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਦੋਂ ਅਗਾਂਹ ਦੀ ਸੋਚ ਆਪਣੀ ਪ੍ਰਗਟਾਈ। ਜਹਾਂਗੀਰ ਨੇ ਆਖਿਆ ਜਿੰਨੇ ਆਪ ਜੀ ਦਾ ਪੱਲਾ ਫੜ ਕੇ ਲੰਘ ਜਾਣਗੇ ਕਿਲੇ ਵਿੱਚੋਂ ਬਾਹਰ, ਉਹਨਾਂ ਨੂੰ ਮੈਂ ਆਜ਼ਾਦ ਕਰ ਦਿਆਂਗਾ, ਪਰ ਬਾਕੀ ਜਿਹੜੇ ਉਹਨਾਂ ਨੂੰ ਮੈਂ ਆਜ਼ਾਦ ਨਹੀਂ ਕਰਾਂਗਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚੋਲਾ ਆਪਣਾ 52 ਕਲੀਆਂ ਵਾਲਾ ਆਪਣੇ ਤਨ ਉੱਤੇ ਧਾਰਨ ਕੀਤਾ। ਉਹਨਾਂ 52 ਕਲੀਆਂ ਵਾਲੇ ਚੋਲੇ ਨੂੰ ਸਤਿਗੁਰੂ ਜੀ ਧਾਰਨ ਕਰਦੇ ਤੇ 52 ਦੇ 52 ਰਾਜੇ ਇੱਕ ਇੱਕ ਕਲੀ ਪਕੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੋਲੇ ਦੀ ਪੱਲਾ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਹੁੰਦੇ। ਉਹ 52 ਰਾਜਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ, ਕਿਲੇ ਵਿੱਚੋਂ ਆਜ਼ਾਦ ਹੋਏ। ਚੇਤਾ ਰੱਖਿਓ, ਰਾਜਿਆਂ ਨੂੰ ਆਜ਼ਾਦ ਕਰਨ ਲਈ ਇਹ ਸ਼ਰਤ ਰੱਖੀ ਗਈ ਸੀ ਕਿ ਮੈਂ ਉਹਨਾਂ ਨੂੰ ਆਜ਼ਾਦ ਕਰਾਂਗਾ ਜਿਹੜੇ ਆਪ ਜੀ ਦਾ ਪੱਲਾ ਫੜਨਗੇ। ਸਤਿਗੁਰੂ ਨੇ ਆਪਣਾ ਚੋਲਾ ਹੀ ਇਸ ਢੰਗ ਨਾਲ ਤਿਆਰ ਕਰਵਾਇਆ, ਜਿੱਥੇ 52 ਰਾਜੇ ਆਜ਼ਾਦ ਕਰਾਏ, ਉੱਥੇ 700 ਆਮ ਕੈਦੀ ਸਨ ਉਸ ਕਿਲੇ ਵਿੱਚ, ਜਿਨ੍ਹਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਉਦੋਂ ਆਜ਼ਾਦ ਕਰਾਉਂਦੇ ਨੇ। 52 ਰਾਜਿਆਂ ਤੱਕ ਨਹੀਂ ਸੀਮਤ। ਇਤਿਹਾਸਕ ਪੱਖ ਜਦੋਂ ਵਿਚਾਰੋਗੇ ਤੇ ਬਹੁਤ ਕੁਝ ਸਾਨੂੰ ਇਤਿਹਾਸ ਵਿੱਚੋਂ ਮਿਲੇਗਾ, ਕਿਉਂਕਿ ਤਕਰੀਬਨ ਜਿਹੜਾ ਇਤਿਹਾਸਕਾਰਾਂ ਵੱਲੋਂ ਜ਼ਿਕਰ ਕੀਤਾ
ਉਹ ਕਈ ਇਤਿਹਾਸਕਾਰ ਆਖਦੇ ਵੀ ਸਤਿਗੁਰੂ ਨੇ 101 ਰਾਜਾ, ਤੇ ਕਈ ਜਿਹੜੇ ਉਹ ਇਤਿਹਾਸਕਾਰ ਕਹਿੰਦੇ ਕਿ ਗੁਰੂ ਸਾਹਿਬ ਨੇ 103 ਰਾਜੇ ਉਸ ਕਿਲੇ ਦੇ ਵਿੱਚੋਂ ਆਜ਼ਾਦ ਕਰਾਏ, ਤੇ 700 ਆਮ ਕੈਦੀ ਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਆਜ਼ਾਦ ਕੀਤਾ ਜਾਂਦਾ ਹੈ। ਖੈਰ, ਉਦੋਂ ਜਦੋਂ ਸਤਿਗੁਰੂ ਪਾਤਸ਼ਾਹ ਨੂੰ ਆਜ਼ਾਦ ਕੀਤਾ ਗਿਆ, ਹੁਣ ਜਹਾਂਗੀਰ ਮਜਬੂਰ ਸੀ, ਉਹਦੇ ਕੋਲ ਕੋਈ ਹੋਰ ਤਰੀਕਾ ਨਹੀਂ ਸੀ, ਤੇ ਇਸੇ ਲਈ ਨੂਰ ਜਹਾਂ ਦੇ ਕਹਿਣ ਉੱਤੇ ਫਿਰ ਆਪਣੀ ਸਰੀਰਕ ਤੰਦਰੁਸਤੀ ਵਾਸਤੇ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਜ਼ਾਦੀ ਨੂੰ ਮੰਨਦਾ ਤੇ ਮਲਕ ਪਾਤਸ਼ਾਹ ਨੂੰ ਉਹ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰਦਾ। ਸਤਿਗੁਰੂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਆਜ਼ਾਦ ਹੋ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ। ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਲੋਕਾਂ ਨੇ ਇਸ ਜਿਹੜੇ ਹਾਲਾਤ ਸਨ ਉਹਦੇ ਹਾਲਾਤਾਂ ਦੇ ਪ੍ਰਤੀ ਆਪਣੀ ਖੁਸ਼ੀ ਜਿਹੜੀ ਉਹਨੂੰ ਪ੍ਰਗਟਾਇਆ। ਜਿੱਥੇ ਉਹਨਾਂ ਨੇ ਆਪਣੀ ਖੁਸ਼ੀ ਨੂੰ ਪ੍ਰਗਟਾਇਆ, ਉੱਥੇ 52 ਰਾਜੇ ਜਦੋਂ ਆਪਣੇ ਘਰਾਂ ਵਿੱਚ ਵਾਪਸ ਪਰਤੇ, ਉਹਨਾਂ ਦੇ ਘਰਦਿਆਂ ਨੇ ਆਪਣੀ ਖੁਸ਼ੀ ਨੂੰ ਪ੍ਰਗਟਾਇਆ। ਜਿਹੜੇ 700 ਆਮ ਕੈਦੀ ਜਿਨ੍ਹਾਂ ਦੇ ਘਰ ਦੇ ਇੱਥੋਂ ਤੱਕ ਸੋਚ ਕੇ ਬੈਠੇ ਸਨ ਉਹਨਾਂ ਵਾਪਸ ਨਹੀਂ ਪਰਤਣਾ, ਉੱਥੋਂ ਸਿਰਫ ਲਾਸ਼ਾਂ ਹੀ ਆਉਣਗੀਆਂ, ਉਹਨਾਂ ਦੀਆਂ ਮ੍ਰਿਤਕ ਦੇਹਾਂ ਆਉਣਗੀਆਂ। ਜਦੋਂ ਉਹ ਸਾਰੇ ਆਪਣੇ ਆਪਣੇ ਘਰਾਂ ਵਿੱਚ ਪਹੁੰਚੇ, ਪਰਤੇ, ਉਹਨਾਂ ਸਾਰਿਆਂ ਦੇ ਪਰਿਵਾਰਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਸਾਰੇ ਦੇ ਸਾਰੇ ਪਰਿਵਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ੋਭਾ ਤੇ ਉਹਨਾਂ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਏਦਾਂ ਮਾਲਕ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਜ਼ਾਦ ਕਰਾਇਆ। ਉਹਨਾਂ ਨੂੰ ਜਿਹੜੇ ਸਰੀਰ ਕਰਕੇ ਕੈਦ ਸਨ ਤੇ ਉਹਨਾਂ ਨੂੰ ਸਰੀਰ ਕਰਕੇ ਆਜ਼ਾਦੀ ਦਿਵਾਈ। ਤੇ ਚੇਤਾ ਰੱਖਿਓ, ਜਿਹੜੇ ਸਰੀਰ ਕਰਕੇ ਕੈਦ ਜਦੋਂ ਉਹ ਗੁਰੂ ਚਰਨਾਂ 'ਚ ਅਰਦਾਸ ਕਰਦੇ, ਮਾਲਕ ਉਹਨਾਂ ਦੀ ਅਰਦਾਸ ਪ੍ਰਵਾਨ ਕੇ ਉਹਨਾਂ ਨੂੰ ਆਜ਼ਾਦ ਕਰਾਉਂਦਾ। ਤੇ ਜਿਹੜਾ ਫਿਰ ਮਨ ਕਰਕੇ ਜਾਂ ਵਿਕਾਰਾਂ ਕਰਕੇ ਕੈਦੀ ਬੈਠਾ, ਜੇ ਕਿਤੇ ਉਹ ਗੁਰੂ ਚਰਨਾਂ 'ਚ ਅਰਦਾਸ ਕਰੇ ਤੇ ਗੁਰੂ ਸਾਹਿਬ ਉਹਨਾਂ ਨੂੰ ਵੀ ਬੰਧਨਾਂ ਤੋਂ ਆਜ਼ਾਦ ਕਰਾਉਂਦੇ ਨੇ। ਚੇਤਾ ਰੱਖੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਮੰਗਲਾਚਰਨ ਦੇ ਰੂਪ 'ਚ ਪੜ੍ਹ ਕੇ ਆਏ ਆ ਕਿ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਰੱਬ ਜੀ ਕਿਤੇ ਕਿਰਪਾ ਕਰੋ, ਮੇਰੀ ਉਦਾਂ ਹੀ ਸਹਾਇਤਾ ਕਰੋ ਜਿਵੇਂ ਹਾਥੀ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਨਾ, ਤੇ ਤੁਸੀਂ ਉਸ ਹਾਥੀ ਦੀ ਬੇਨਤੀ ਨੂੰ ਪ੍ਰਵਾਨਿਆ, ਤੇ ਉਸ ਹਾਥੀ ਦੀ ਬੇਨਤੀ ਨੂੰ ਪ੍ਰਵਾਨਦਿਆਂ ਤੁਸੀਂ ਉਹਨੂੰ ਬੰਧਨਾਂ ਤੋਂ ਆਜ਼ਾਦ ਕਰਾਇਆ। ਆ ਮੈਂ ਵੀ ਬੜੇ ਬੰਧਨਾਂ 'ਚ ਫਸਿਆ ਬੈਠਾ, ਮੇਰੀ ਤੁਹਾਡੇ ਅੱਗੇ ਅਰਜ਼ ਹੈ ਤੇ ਮੈਨੂੰ ਵੀ ਤੁਸੀਂ ਆਜ਼ਾਦ ਕਰੋ, ਮੇਰੀ ਵੀ ਸਹਾਇਤਾ ਕਰੋ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੋਗੇ ਨਾ, ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਸਾਨੂੰ ਬਹੁਤਾਤ ਮਿਥਿਹਾਸ ਦੀਆਂ ਉਦਾਹਰਨਾਂ ਮਿਲਦੀਆਂ, ਬਹੁਤਾਤ। ਜਿਵੇਂ ਅਜ਼ਾਮਲ ਦੀ ਬਾਤ ਸਾਨੂੰ ਗੁਰੂ ਪਾਤਸ਼ਾਹ ਦੀ ਬਾਣੀ 'ਚੋਂ ਬਹੁਤ ਮਿਲੇਗੀ। ਗਨਕਾ ਦੀ ਬਾਤ ਸਤਿਗੁਰੂ ਜੀ ਨੇ ਬੜੀ ਕੀਤੀ। ਜਿੱਥੇ ਗਨਕਾ ਦੀ ਗੱਲ ਕਰਦੇ ਨੇ ਉੱਥੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਗੱਜ ਦੀ ਗੱਲ ਵੀ ਕੀਤੀ, ਹਾਥੀ ਦੀ ਵੀ ਗੱਲ ਕੀਤੀ, ਜਿਹਨੂੰ ਮੰਨਿਆ ਜਾਂਦਾ ਹੈ ਵੀ ਉਹਨੂੰ ਇੱਕ ਕੇਕੜੇ ਨੇ ਪਕੜ ਲਿਆ ਤੇ ਉਹ ਫਿਰ ਅੱਗੇ ਅਰਦਾਸ ਕਰਦਾ। ਉਹ ਜਦੋਂ ਰੱਬ ਅੱਗੇ ਉਹ ਬੇਨਤੀਆਂ ਕਰਦਾ ਤੇ ਉਹ ਰੱਬ ਉਹਦੀਆਂ ਬੇਨਤੀਆਂ ਨੂੰ ਪ੍ਰਵਾਨਦਾ ਹੋਇਆ ਉਹਨੂੰ ਆਜ਼ਾਦੀ ਦਿਵਾਉਂਦਾ। ਗੱਲ ਇਹ ਹੈ ਵੀ ਜਦੋਂ ਕੋਈ ਜੀਵ ਰੱਬ ਅੱਗੇ ਅਰਦਾਸ ਕਰਦਾ, ਰੱਬ ਅੱਗੇ ਅਰਜ਼ੋਈ ਕਰਦਾ, ਤੇ ਰੱਬ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਸਹਾਇਤਾ ਜ਼ਰੂਰ ਕਰਦਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਮਦਦ ਜ਼ਰੂਰ ਕਰਦਾ। ਤੇ ਗੁਰੂ ਪਾਤਸ਼ਾਹ ਦੇ ਪ੍ਰਤੀ ਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਵੀ ਸਾਡਾ ਗੁਰੂ ਤੇ ਬੰਦੀ ਛੋੜ ਹੈ, ਇਹ ਬੰਧਨਾਂ ਤੋਂ ਆਜ਼ਾਦ ਕਰ ਦੇਣ ਵਾਲਾ ਹੈ, ਚਾਹੇ ਉਹ ਸਰੀਰਕ ਬੰਧਨ ਨੇ ਤੇ ਭਾਵੇਂ ਉਹ ਮਾਨਸਿਕ ਬੰਧਨ ਨੇ। ਜਦੋਂ ਗੁਰੂ ਅੱਗੇ ਸਾਡੀ ਅਰਦਾਸ ਹੋਏਗੀ, ਸਾਨੂੰ ਗੁਰੂ ਮਾਨਸਿਕ ਬੰਧਨਾਂ ਤੋਂ ਵੀ ਆਜ਼ਾਦੀ ਦਿਵਾਏਗਾ ਤੇ ਗੁਰੂ ਸਾਨੂੰ ਸਰੀਰਕ ਬੰਧਨਾਂ ਤੋਂ ਵੀ ਆਜ਼ਾਦੀ ਦਿਵਾਏਗਾ। ਪਰ ਚੇਤੇ ਰੱਖਿਓ, ਅੱਜ ਸਰੀਰਕ ਬੰਧਨਾਂ ਵਿੱਚ ਨਹੀਂ, ਅੱਜ ਅਸੀਂ ਸਾਰੇ ਮਾਨਸਿਕ ਬੰਧਨਾਂ ਵਿੱਚ ਜਕੜੇ ਹੋਏ ਆ। ਤੇ ਉਹ ਬੰਧਨ ਇੱਕ ਤਰ੍ਹਾਂ ਦੇ ਨਹੀਂ, ਉਹ ਬੰਧਨ ਕਈ ਤਰ੍ਹਾਂ ਦੇ ਨੇ, ਜਿਨ੍ਹਾਂ ਦੇ ਵਿੱਚ ਸ਼ਾਇਦ ਅਸੀਂ ਖੁਦ ਜਕੜੇ ਬੈਠੇ ਆ। ਜਦੋਂ ਸਤਿਗੁਰੂ ਦੀ ਬਾਣੀ ਪੜ੍ਹੋਗੇ ਨਾ, ਮਾਲਕ ਜੀ ਨੇ ਬਾਣੀ 'ਚ ਪ੍ਰੋੜਤਾ ਕੀਤੀ, ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲਹਿ ਆਈ। ਹੁਣ ਜੀਵ ਇਹਨਾਂ ਜੇਵਰੀਆਂ ਵਿੱਚ ਹੀ ਵੱਜਾ ਬੈਠਾ। ਚੇਤੇ ਰੱਖਿਓ, ਇਹ ਜ਼ਰੂਰੀ ਨਹੀਂ ਕਿ ਇਨਸਾਨ ਵਿਕਾਰਾਂ ਦੇ ਬੰਧਨਾਂ ਵਿੱਚ ਹੀ ਵੱਜਾ ਹੋਇਆ। ਕਈ ਵਾਰੀ ਇਨਸਾਨ ਧਰਮ ਨੂੰ ਕਮਾਉਂਦਾ ਧਰਮ ਦੇ ਕਰਮ ਕਰਦਾ ਹੋਇਆ ਕਰਮ ਕਾਂਡਾਂ ਦੇ ਬੰਧਨਾਂ ਵਿੱਚ ਵੀ ਵੱਜ ਜਾਂਦਾ ਹੈ। ਤੇ ਜਿਹੜਾ ਕਰਮ ਕਾਂਡਾਂ ਦੇ ਬੰਧਨਾਂ ਵਿੱਚ ਵੱਜ ਗਿਆ ਨਾ, ਜਦੋਂ ਉਹਦੇ ਤੋਂ ਆਜ਼ਾਦੀ ਚਾਹੀਦੀ ਤੇ ਉਦੋਂ ਵੀ ਸਤਿਗੁਰੂ ਕਹਿੰਦੇ ਭਾਈ ਖਿਆਲ ਰੱਖੀ, ਕਰਮ ਕਾਂਡਾਂ ਦੇ ਬੰਧਨਾਂ ਤੋਂ ਵੀ ਆਜ਼ਾਦੀ ਉਦੋਂ ਹੋਏਗੀ ਜਦੋਂ ਗੁਰੂ ਤੇਰੀ ਝੋਲੀ 'ਚ ਗਿਆਨ ਦੀ ਦਾਤ ਪਾਏਗਾ। ਗਿਆਨ ਦੀ ਦਾਤ ਸਦਕਾ ਫਿਰ ਤੇਰਾ ਜੀਵਨ ਜਿਹੜਾ ਉਹ ਬੰਧਨਾਂ ਤੋਂ ਆਜ਼ਾਦ ਹੋਵੇਗਾ। ਕਿਸੇ ਤਰੀਕੇ ਵੀ ਵੇਖ ਲਓ, ਗੁਰੂ ਅੱਗੇ ਜਦੋਂ ਅਰਦਾਸ ਹੋਏਗੀ, ਗੁਰੂ ਸਾਡੀ ਅਰਦਾਸ ਨੂੰ ਪ੍ਰਵਾਨੇਗਾ ਤੇ ਸਾਨੂੰ ਬੰਧਨਾਂ ਤੋਂ ਆਜ਼ਾਦੀ ਫੇਰ ਮਿਲੇਗੀ। ਜਿਵੇਂ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ, ਨਾਨਕ ਨਾਮੋ ਮਨ ਵਸੈ
ਹਰ ਦਰਗਾਹ ਲਏ ਛਡਾਏ। ਉਹ ਅਕਾਲ ਪੁਰਖ ਪਰਮੇਸ਼ਵਰ ਆਪ ਛਡਾ ਲੈਂਦਾ, ਉਹ ਭਾਵੇਂ ਕਿਸੇ ਤਰੀਕੇ ਦਾ ਵੀ ਰਸਤਾ ਕਿਉਂ ਨਾ ਹੋਵੇ। ਆਹ ਤੇ ਪੱਖ ਸੀ ਅੱਜ ਦੇ ਦਿਨ ਬੰਦੀ ਛੋੜ ਦੇ ਦਿਵਸ ਨੂੰ ਲੈ ਕਰਕੇ ਇਤਿਹਾਸਕ ਪੱਖ। ਨਾਲ ਮੈਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਦਾ ਪੱਖ ਵੀ ਰੱਖਦਾ ਚੱਲਾਂ, ਕਿਉਂਕਿ ਸਾਡੀ ਕੌਮ ਦਾ ਉਹ ਬੜਾ ਵੱਡਾ ਜੁਝਾਰੂ ਜਰਨੈਲ ਨੇ, ਉਹ ਜਿਨ੍ਹਾਂ ਨੇ ਇਸ ਗੱਲ ਨੂੰ ਸਾਬਤ ਕੀਤਾ ਸੀ ਕਿ ਜਦੋਂ ਗੁਰੂ ਪ੍ਰਤੀ ਪ੍ਰੇਮ ਹੋਵੇ ਨਾ, ਪਿਆਰ ਹੋਵੇ, ਤੇ ਉਦੋਂ ਉਮਰ ਕੋਈ ਬਹੁਤੀ ਜ਼ਿਆਦਾ ਤਕਾਜ਼ਾ ਜਾਂ ਮਾਇਨੇ ਨਹੀਂ ਰੱਖਦੀ। ਜਦੋਂ ਗੁਰੂ ਪ੍ਰਤੀ ਪ੍ਰੇਮ ਹੈ, ਬਸ ਮਨ ਅੰਦਰ ਗੁਰੂ ਪ੍ਰਤੀ ਆਪਣਾ ਆਪਾ ਵਾਰਨ ਦੀ ਇੱਛਾ ਹੋਣੀ ਚਾਹੀਦੀ। ਕਿਸੇ ਵੀ ਉਮਰੇ, ਕਿਸੇ ਵੀ ਸਮੇਂ, ਕਿਸੇ ਵੀ ਹਾਲਾਤਾਂ ਵਿੱਚ ਆਪਣਾ ਆਪਾ ਜਿਹੜਾ ਉਹ ਵਾਰਿਆ ਜਾ ਸਕਦਾ। ਜਿਨ੍ਹਾਂ ਨੇ ਇਸ ਗੱਲ ਨੂੰ ਸਾਬਤ ਕਰਕੇ ਵਿਖਾਇਆ ਕਿ ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰੱਖੇ ਕਵਨ ਵਡਾਈ। ਜਿਨ੍ਹਾਂ ਨੇ ਇਸ ਗੱਲ ਨੂੰ ਸਾਬਤ ਕਰਕੇ ਵਿਖਾਇਆ ਕਿ ਭਾਈ ਅਸੀਂ ਆਪਣੀਆਂ ਬੇਅਦਬੀਆਂ, ਆਪਣੇ ਪਰਿਵਾਰਾਂ ਦੀਆਂ ਬੇਅਦਬੀਆਂ, ਜਾਂ ਅਸੀਂ ਖੁਦ ਤੇ ਮੁਸ਼ਕਲਾਂ ਦਾ ਸਮਾਂ ਆਪਣੇ ਤਨ ਤੇ ਹੰਢਾ ਸਕਦੇ ਹਾਂ, ਪਰ ਜੇ ਸਾਡੇ ਗੁਰੂ ਵੱਲ ਜਾਂ ਗੁਰੂ ਅਸਥਾਨ ਵੱਲ ਕੋਈ ਅੱਖ ਚੱਕ ਕੇ ਵੇਖੇ ਤੇ ਅਸੀਂ ਉਹ ਕਦੇ ਵੀ ਆਪਣੇ ਹਿਰਦਿਆਂ ਉੱਤੇ ਜਾਂ ਉਹਨੂੰ ਆਪਣੇ ਜੀਵਨ ਵਿੱਚ ਅਸੀਂ ਕਦੇ ਸਹਾਰ ਨਹੀਂ ਸਕਦੇ। ਬਾਬਾ ਦੀਪ ਸਿੰਘ ਜੀ ਦਾ ਜਦੋਂ ਜੀਵਨ ਪੜ੍ਹੋਗੇ, ਸਨ 1682 ਦੇ ਵਿੱਚ ਉਹਨਾਂ ਦਾ ਜਨਮ ਜਿਹੜਾ ਉਹ ਹੁੰਦਾ ਹੈ। 1682 ਤੋਂ ਲੈ ਕੇ 18 ਸਾਲਾਂ ਦੀ ਉਮਰ ਜਿਹੜੀ, ਜਦੋਂ ਉਹ ਆ ਕੇ ਗੁਰੂ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋਲ ਆ ਕਰਕੇ ਖੰਡੇ ਕੀ ਪਹੁਲ ਲੈਂਦੇ ਨੇ। ਖੰਡੇ ਕੀ ਪਹੁਲ ਲੈਣ ਤੋਂ ਬਾਅਦ ਵਿੱਚ ਉਹਨਾਂ ਨੇ ਆਪਣਾ ਜੀਵਨ ਜਿਹੜਾ ਉਹ ਗੁਰੂ ਚਰਨਾਂ ਵਿੱਚ ਬਤੀਤ ਕਰਨਾ ਸ਼ੁਰੂ ਕੀਤਾ। ਆਨੰਦਪੁਰ ਸਾਹਿਬ ਦੀਆਂ ਜਿੰਨੀਆਂ ਜੰਗਾਂ ਹੋਈਆਂ, ਬਾਬਾ ਦੀਪ ਸਿੰਘ ਨੇ ਉਹਨਾਂ ਜੰਗਾਂ ਵਿੱਚ ਯੋਗਦਾਨ ਪਾਇਆ, ਆਪਣਾ ਹਿੱਸਾ ਪਾਇਆ। ਔਰ ਜਿਸ ਵਕਤ ਦਿੱਲੀ ਦਾ, ਖਿਮਾ ਕਰਿਓ, ਆਨੰਦਪੁਰ ਸਾਹਿਬ ਦਾ ਜਦੋਂ ਕਿਲਾ ਛੱਡਦੇ ਤੇ ਉਦੋਂ ਕਿਲਾ ਛੱਡਣ ਵਕਤ ਬਾਬਾ ਦੀਪ ਸਿੰਘ ਜੀ ਗੁਰੂ ਕੇ ਮਹਿਲਾਂ ਦੇ ਨਾਲ ਦਿੱਲੀ ਵਾਲੇ ਪਾਸੇ ਨੂੰ ਆਉਂਦੇ ਨੇ। ਔਰ ਉੱਥੋਂ ਫਿਰ ਦਿੱਲੀ ਤੋਂ ਰੁਖਸਤ ਹੋ ਕਰਕੇ ਗੁਰੂ ਕੇ ਮਹਿਲਾਂ ਤੋਂ ਬਾਬਾ ਜੀ ਆਪਣੇ ਪਿੰਡ ਦੇ ਇਲਾਕੇ ਵਿੱਚ, ਪਹੂਬਿੰਡ ਦੇ ਪਿੰਡ ਵਿੱਚ ਆ ਕੇ ਆਪਣਾ ਟਿਕਾਣਾ ਕਰ ਲੈਂਦੇ। ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਵਿੱਚ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਤੇ ਉਸ ਜਗ੍ਹਾ ਦੇ ਉੱਤੇ ਭਾਈ ਮਨੀ ਸਿੰਘ ਜੀ ਵੀ ਸਤਿਗੁਰੂ ਪਾਤਸ਼ਾਹ ਦੇ ਨਾਲ ਨੇ। ਤੇ ਉਦੋਂ ਭਾਈ ਮਨੀ ਸਿੰਘ ਜੀ ਜਿੱਥੇ ਨਾਲ, ਤੇ ਉਦੋਂ ਸਤਿਗੁਰੂ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਜੀ ਨੂੰ ਵੀ ਆਪਣੇ ਪਾਸ ਸੱਦਿਆ, ਆਪਣੇ ਪਾਸ ਬੁਲਾ ਲਿਆ। ਉੱਥੇ ਸੱਦਿਆ, ਭਾਈ ਮਨੀ ਸਿੰਘ ਜੀ ਦੇ ਕੋਲੋਂ ਗੁਰੂ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਗੁਰੂ ਕਲਗੀਧਰ ਪਾਤਸ਼ਾਹ ਜੀ ਲਿਖਵਾਉਂਦੇ। ਤੇ ਉਸ ਵਕਤ ਜਿਹੜੀ ਕਾਗਜ਼ਾਂ ਦੀ ਸੇਵਾ ਸੀ ਤੇ ਕਲਮਾ ਘੜਨ ਦੀ ਜਿਹੜੀ ਸੇਵਾ ਉਹ ਬਾਬਾ ਦੀਪ ਸਿੰਘ ਜੀ ਦੇ ਜਿੰਮੇ ਆਈ। ਬਾਬਾ ਦੀਪ ਸਿੰਘ ਨੇ ਕਲਮਾ ਘੜਨ ਔਰ ਕਾਗਜ਼ਾਂ ਦੀ ਸੇਵਾ ਜਿਹੜੀ ਉਸ ਵਕਤ ਨਿਭਾਈ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਈ ਮਨੀ ਸਿੰਘ ਜੀ ਦੇ ਕੋਲੋਂ ਗੁਰੂ ਕਲਗੀਧਰ ਪਾਤਸ਼ਾਹ ਲਿਖਵਾਉਂਦੇ ਨੇ। ਹੁਣ ਉੱਥੇ ਰਹਿੰਦਿਆਂ ਹੋਇਆਂ ਫਿਰ ਉਸ ਜਗ੍ਹਾ ਤੋਂ ਜਿਹੜਾ ਸਰੂਪ ਹੈ ਉਹ ਤਿਆਰ ਕਰਕੇ ਸਤਿਗੁਰੂ ਪਾਤਸ਼ਾਹ ਅਗਾਂਹ ਆ ਗਏ। ਜਦੋਂ ਦੱਖਣ ਵਾਲੇ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਆ ਜਾਂਦੇ, ਪਰ ਉਸ ਜਗ੍ਹਾ ਦੇ ਉੱਤੇ ਜਿਹੜੀ ਜ਼ਿੰਮੇਵਾਰੀ ਸੀ ਸਤਿਗੁਰੂ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਨੂੰ ਦੇ ਕੇ ਆ ਜਾਂਦੇ। ਉੱਥੋਂ ਦੀ ਸਾਰੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਜੀ ਨਿਭਾਉਂਦੇ। ਉਹਨਾਂ ਨੇ ਇਹ ਜ਼ਿੰਮੇਵਾਰੀਆਂ ਆਪਣੇ ਸਿਰ ਉੱਤੇ ਲਈਆਂ। ਉਹ ਸ਼ਸਤਰ ਵਿੱਦਿਆ ਦਿੰਦੇ ਵੀ ਨੇ, ਸ਼ਾਸਤਰ ਵਿੱਦਿਆ ਵੀ ਦਿੰਦੇ ਨੇ। ਉਹ ਜਿਹੜੇ ਵੀ ਵਿਦਿਆਰਥੀ ਉਹਨਾਂ ਕੋਲ ਆ ਕੇ ਗੁਰਬਾਣੀ ਦਾ ਗਿਆਨ ਲੈਣਾ ਚਾਹੁੰਦੇ, ਉਹ ਗੁਰਬਾਣੀ ਦਾ ਗਿਆਨ ਉਹਨਾਂ ਦੀ ਝੋਲੀ ਵਿੱਚ ਪਾਉਂਦੇ। ਜਿੱਥੇ ਉਹ ਗੁਰਬਾਣੀ ਦਾ ਗਿਆਨ ਝੋਲੀ ਵਿੱਚ ਪਾਉਂਦੇ, ਉੱਥੇ ਉਹਨਾਂ ਖੁਦ ਆਪਣੇ ਹੱਥਾਂ ਦੇ ਨਾਲ 5 ਸਰੂਪ ਜਿਹੜੇ ਉਹ ਲਿਖੇ, ਜਿਨ੍ਹਾਂ ਦੇ ਵਿੱਚੋਂ 4 ਸਰੂਪ ਜਿਹੜੇ ਗੁਰਮੁਖੀ ਭਾਸ਼ਾ ਦੇ ਵਿੱਚ, ਇੱਕ ਸਰੂਪ ਜਿਹੜੇ ਬਾਬਾ ਦੀਪ ਸਿੰਘ ਜੀ ਉਹ ਅਰਬੀ ਭਾਸ਼ਾ ਵਿੱਚ ਲਿਖਦੇ। ਉਹ ਅਰਬ ਦੇਸ਼ ਵਿੱਚ ਅੱਜ ਵੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਸਰੂਪ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਹਸਤ ਲਿਖਤ ਅਰਬ ਕੰਟਰੀ ਵਿੱਚ ਅੱਜ ਵੀ ਮੌਜੂਦ ਹੈ। ਖੈਰ, ਉਹ ਬੜੇ ਅਦਬ ਸਤਿਕਾਰ ਦੇ ਨਾਲ ਉਹ ਸਰੂਪ ਉਹਨਾਂ ਨੇ ਲਿਖਿਆ ਤੇ ਅਰਬ ਦੇਸ਼ ਵਿੱਚ ਪਹੁੰਚਾਇਆ ਗਿਆ। ਜਿਹੜੇ ਹਸਤ ਲਿਖਤ ਬਾਕੀ 4 ਸਰੂਪ ਸਨ ਬਾਬਾ ਦੀਪ ਸਿੰਘ ਜੀ ਦੇ, ਉਹ ਸਾਰੇ ਦੇ ਸਾਰੇ ਸਰੂਪ ਜਿਹੜੇ ਨੇ ਉਹ 4 ਤਖਤਾਂ ਦੇ ਉੱਤੇ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਉਹਨਾਂ ਨੂੰ ਭੇਜਿਆ ਗਿਆ। ਉਹ ਤਖਤ ਦੇ ਉੱਤੇ ਸਾਰੇ ਦੇ ਸਾਰੇ ਸਰੂਪ ਜਿਹੜੇ ਉਹਨਾਂ ਨੂੰ ਸ਼ੋਭਾਇਮਾਨ ਕੀਤਾ ਗਿਆ। ਹੁਣ ਬਾਬਾ ਦੀਪ ਸਿੰਘ ਜੀ ਨੇ ਨਾ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਕਲਗੀਧਰ ਪਾਤਸ਼ਾਹ ਪੰਜਾਬ ਦੀ ਧਰਤੀ ਤੇ ਭੇਜਦੇ ਹੁਕਮਨਾਮੇ ਦੇ ਕੇ, ਤੇ ਉਦੋਂ ਹੁਕਮਨਾਮਿਆਂ ਦੇ ਵਿੱਚ ਇੱਕ ਹੁਕਮਨਾਮਾ ਬਾਬਾ ਦੀਪ ਸਿੰਘ ਜੀ ਤੱਕ ਵੀ ਪਹੁੰਚਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਬਾਬਾ ਦੀਪ ਸਿੰਘ ਜੀ ਦਿੰਦੇ ਨੇ। ਔਰ ਹਰ ਜੰਗ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਬਾਬਾ ਦੀਪ ਸਿੰਘ ਨੇ ਦਿੱਤਾ। ਮੈਂ ਕੇਵਲ ਸੰਖੇਪ ਮਾਤਰ, ਬਹੁਤਾ ਵਿਸਥਾਰ ਨਹੀਂ ਮੈਂ ਇਤਿਹਾਸ ਦਾ ਕਰਾਂਗਾ, ਸਿਰਫ ਮੈਂ ਸ਼ਹਾਦਤ ਦਾ ਪੱਖ ਰੱਖਣਾ ਵੀ ਉਹਨਾਂ ਸ਼ਹਾਦਤ ਦਾ ਜਾਮ ਕਿਵੇਂ ਪੀਤਾ। ਉਸ ਤੋਂ ਬਾਅਦ ਵਿੱਚ ਸਾਰੀਆਂ ਜੰਗਾਂ ਦੇ ਵਿੱਚ ਉਹਨਾਂ ਯੋਗਦਾਨ ਪਾਇਆ, ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ। ਫਿਰ ਜਦੋਂ ਕੌਮ ਉੱਤੇ ਭੀੜ ਪੈਂਦੀ ਹੈ ਤੇ ਉਦੋਂ ਸ਼ਹੀਦੀ ਮਿਸਲ ਦੇ ਆਗੂ ਬਣ ਕੇ ਵੀ ਬਾਬਾ ਦੀਪ ਸਿੰਘ ਜੀ ਵਿਚਰੇ
ਤਰੁਣਾ ਦਲ ਤੇ ਬੁੱਢਾ ਦਲ ਜਦੋਂ ਬਣਦਾ, ਉਸ ਵਕਤ ਇੱਕ ਦਲ ਦੀ ਅਗਵਾਈ ਵੀ ਬਾਬਾ ਦੀਪ ਸਿੰਘ ਜੀ ਕਰਦੇ। ਉਦੋਂ ਹਰ ਇੱਕ ਤਰ੍ਹਾਂ ਜਦੋਂ ਫਿਰ ਦੋ ਭਾਗਾਂ ਵਿੱਚ ਸਿੱਖ ਪੰਥ ਵੰਡਿਆ ਜਾਂਦਾ, ਬੰਦਈ ਖਾਲਸਾ, ਤਤ ਖਾਲਸਾ, ਤੇ ਜਦੋਂ ਭਾਈ ਮਨੀ ਸਿੰਘ ਨੇ ਉਹਨਾਂ ਦੇ ਵਿੱਚ ਪਏ ਹੋਏ ਵਿਤਕਰਿਆਂ ਨੂੰ ਨਿਵਰਤ ਕਰਨ ਲਈ ਅਰਦਾਸ ਕਰਕੇ ਗੁਰੂ ਚਰਨਾਂ ਦੇ ਵਿੱਚ ਹਰਿਮੰਦਰ ਸਾਹਿਬ ਦੇ ਦਰ ਉੱਤੇ ਪਰਚੀਆਂ ਪਾ ਕੇ ਸਰੋਵਰ ਦੇ ਅੰਦਰ ਉਦੋਂ ਫੈਸਲਾ ਕਰਵਾਇਆ, ਉਦੋਂ ਬਾਬਾ ਦੀਪ ਸਿੰਘ ਜੀ ਵੀ ਨਾਲ ਸਨ ਭਾਈ ਮਨੀ ਸਿੰਘ ਜੀ ਦੇ। ਹੁਣ ਚੇਤੇ ਰੱਖਿਓ, ਉਹ ਪਰਚੀਆਂ ਪਾ ਕੇ ਜਿਹੜਾ ਫੈਸਲਾ ਕੀਤਾ ਉਹਨੂੰ ਬੰਦਈ ਖਾਲਸੇ ਮੰਨਣ ਤੋਂ ਫਿਰ ਇਨਕਾਰੀ ਹੋਏ। ਫਿਰ ਬਕਾਇਦਾ ਉੱਥੇ ਦੋਵਾਂ ਦਲਾਂ ਦਾ ਇੱਕ ਇੱਕ ਸੂਰਮਾ ਜਿਹੜਾ, ਇੱਕ ਇੱਕ ਪਹਿਲਵਾਨ ਜਿਹੜਾ ਨਾ, ਉਹ ਨਿਯੁਕਤ ਕਰਕੇ ਤੇ ਉਹਨਾਂ ਵਿੱਚ ਆਪਸੀ ਘੋਲ ਕਰਾਇਆ ਗਿਆ। ਜਦੋਂ ਘੋਲ ਹੋਇਆ ਫਿਰ ਤਤ ਖਾਲਸੇ ਵਾਲੇ ਜਿੱਤੇ ਤੇ ਫਿਰ ਤਤ ਖਾਲਸੇ ਨੇ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਸਾਂਭੀ। ਚੇਤਾ ਰੱਖਿਓ, ਬਾਬਾ ਦੀਪ ਸਿੰਘ ਜੀ ਨੇ ਜਿੱਥੇ ਸ਼ਾਸਤਰ ਜਿਹੜੇ, ਜਿਵੇਂ ਆਪਾਂ ਕਹਿ ਸਕਦੇ ਹਾਂ ਗੁਰਬਾਣੀ ਦਾ ਗਿਆਨ, ਵਿਦਿਅਕ ਗਿਆਨ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਆਪਣੇ ਜੀਵਨ 'ਚ ਗਿਆਨ ਦਾ ਵਾਧਾ ਕੀਤਾ, ਲੋੜ ਪੈਣ ਉੱਤੇ ਉਹਨਾਂ ਗਿਆਨ ਵੰਡਿਆ ਵੀ ਬਹੁਤ। ਉੱਥੇ ਉਹਨਾਂ ਜਦੋਂ ਸਿੱਖ ਪੰਥ ਨੂੰ ਲੋੜ ਪਈ ਤੇ ਉਹਨਾਂ ਆਪਣੀ ਸੂਝਵਾਨਤਾ ਤੇ ਅਗਵਾਈ ਦੇ ਨਾਲ ਸਿੱਖ ਪੰਥ ਦੀ ਅਗਵਾਈ ਵੀ ਕੀਤੀ ਉਹਨਾਂ ਨੇ। ਫਿਰ ਅਬਦਾਲੀ ਆਉਂਦਾ ਹਿੰਦੁਸਤਾਨ ਉੱਤੇ ਹਮਲਾ ਕਰਨ, ਭਾਰਤ ਦੇ ਉੱਤੇ ਹਮਲਾ ਕਰਨ। ਚੌਥਾ ਹਮਲਾ ਸੀ ਅਬਦਾਲੀ ਦਾ ਉਦੋਂ, ਜਦੋਂ ਉਹਨੇ ਆ ਕਰਕੇ ਤੇ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਪੂਰਨ ਦੀ ਬਾਤ ਕੀਤੀ। ਹੁਣ ਚੇਤੇ ਰੱਖਿਓ, ਅਬਦਾਲੀ ਨੇ ਜਦੋਂ ਵੀ ਆਉਣਾ ਉਹਨੇ ਭਾਰਤ ਨੂੰ ਲੁੱਟ ਕੇ ਲੈ ਜਾਣਾ, ਧਾਰਮਿਕ ਸਥਾਨ ਇੱਥੋਂ ਦੇ ਲੁੱਟ ਕੇ ਲੈ ਜਾਣੇ, ਤੇ ਧਾਰਮਿਕ ਅਸਥਾਨਾਂ ਦੇ ਨਾਲ ਨਾਲ ਉਹਨੇ ਭਾਰਤ ਦੀਆਂ ਬਹੂ ਬੇਟੀਆਂ, ਇਸਤਰੀਆਂ ਜਿਹੜੀਆਂ, ਉਹਨਾਂ ਨੂੰ ਵੀ ਲੈ ਜਾਣਾ ਤੇ ਮੁੜ ਕੇ ਲਿਜਾ ਕੇ ਗਜ਼ਨੀ ਦੇ ਬਾਜ਼ਾਰ ਵਿੱਚ ਟਕੇ ਟਕੇ ਦਾ ਮੁੱਲ ਪਾ ਕੇ ਤੇ ਉਹਨਾਂ ਨੂੰ ਵੇਚਣਾ। ਇਦਾਂ ਦੇ ਹਾਲਾਤ ਸਨ। ਜਦੋਂ ਇਹ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ, ਜਦੋਂ ਚੌਥਾ ਹਮਲਾ ਕੀਤਾ ਤੇ ਬਾਬਾ ਦੀਪ ਸਿੰਘ ਜੀ ਆਪਣੇ ਨਾਲ ਕੁਝ ਕੁ ਜਥੇ ਲੈ ਕਰਕੇ ਤੇ ਉਹਨਾਂ ਅਬਦਾਲੀ ਨੂੰ ਰਸਤੇ ਵਿੱਚ ਲੁੱਟਿਆ। ਸਾਰੀਆਂ ਧੀਆਂ ਭੈਣਾਂ ਜਿਹੜੀਆਂ ਉਹ ਲੁੱਟ ਕੇ ਲੈ ਕੇ ਜਾ ਰਿਹਾ ਸੀ, ਉਹਨਾਂ ਨੂੰ ਆਜ਼ਾਦ ਕਰਾ ਕੇ ਬਾ ਇੱਜ਼ਤ ਉਹਨਾਂ ਦੇ ਘਰਾਂ ਵਿੱਚ ਭੇਜਿਆ ਗਿਆ। ਤੇ ਜਦੋਂ ਅਬਦਾਲੀ ਲੁੱਟਿਆ ਗਿਆ ਨਾ, ਅਬਦਾਲੀ ਨੇ ਉਸ ਵਕਤ ਪੁੱਛਿਆ ਵੀ ਇਹ ਕੌਣ ਨੇ ਜਿਹੜੇ ਇਸ ਢੰਗ ਦੇ ਨਾਲ, ਜਿਨ੍ਹਾਂ ਨੇ ਇੰਨੀ ਹਿੰਮਤ ਕੀਤੀ, ਇੰਨਾ ਬਲ ਕੀਤਾ ਕਿ ਉਹਨਾਂ ਨੇ ਮੇਰਾ ਰਸਤਾ ਰੋਕ ਕੇ ਤੇ ਮੈਨੂੰ ਲੁੱਟਣ ਦੀ ਕੋਸ਼ਿਸ਼ ਕੀਤੀ, ਮੈਨੂੰ ਲੁੱਟਿਆ। ਤੇ ਇਹ ਕੌਣ ਨੇ ਜਿਨ੍ਹਾਂ ਨੇ ਇੰਨੀ ਹਿੰਮਤ ਕੀਤੀ ਹੈ, ਮੈਂ ਇਹਨਾਂ ਦੀ ਖੇਹ ਤੱਕ ਵੀ ਉਡਾ ਕੇ ਰੱਖ ਦਿਆਂਗਾ। ਉਸ ਵਕਤ ਇਹ ਅਬਦਾਲੀ ਆਪਣੀ ਜ਼ੁਬਾਨ ਤੋਂ ਬੋਲ ਕਹਿੰਦਾ। ਤੇ ਉਦੋਂ ਫਿਰ ਅਬਦਾਲੀ ਨੂੰ ਜਦੋਂ ਪਤਾ ਲੱਗਦਾ ਵੀ ਸਿੱਖ ਨੇ, ਤੇ ਉਹ ਫਿਰ ਸਰਕਾਰੀ ਸੂਈਏ ਭੇਜਦਾ ਵੀ ਇਹ ਕਿੱਥੇ ਰਹਿੰਦੇ ਨੇ, ਕਿਵੇਂ ਰਹਿੰਦੇ ਨੇ। ਬਕਾਇਦਾ ਕੁਝ ਕੁ ਇਤਿਹਾਸਕਾਰਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਉਸ ਵਕਤ ਨਾ ਅਬਦਾਲੀ ਨੂੰ ਫਿਰ ਸੂਹ ਮਿਲਦੀ ਹੈ ਕਿ ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਬਹੁਤਾ ਆਪਣਾ ਜਿਹੜਾ ਸਮਾਂ ਉਹਨੂੰ ਗੁਜ਼ਾਰਦੇ। ਉੱਥੇ ਇੱਕ ਸਰੋਵਰ ਹੈ, ਜਿਸ ਸਰੋਵਰ ਵਿੱਚ ਇਸ਼ਨਾਨ ਕਰਕੇ ਪਤਾ ਨਹੀਂ ਇਹਨਾਂ ਨੂੰ ਬਲ ਕਿੱਥੋਂ ਮਿਲਦਾ, ਤਾਕਤ ਕਿੱਥੋਂ ਮਿਲਦੀ ਹੈ। ਤੇ ਦੂਜੀ, ਇਹਨਾਂ ਦਾ ਮੁਰਸ਼ਦ ਇੱਕ ਇਹਨਾਂ ਨੂੰ ਆਬੇ ਹਯਾਤ ਦੇ ਕੇ ਗਿਆ। ਉਹ ਆਬੇ ਹਯਾਤ ਪੀਂਦਿਆਂ ਸਾਰ ਜਿਹੜੇ ਬਿਲਕੁਲ ਕਾਇਰ ਬੰਦੇ ਨੇ ਨਾ, ਉਹ ਵੀ ਨਿਡਰ ਹੋ ਕੇ ਤੇ ਜੰਗ ਦੇ ਮੈਦਾਨ ਵਿੱਚ ਜੂਝਣ ਲੱਗ ਜਾਂਦੇ। ਤੇ ਇਹਨੇ ਸਭ ਤੋਂ ਪਹਿਲਾਂ ਕੀ ਕੀਤਾ, ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਇਹਨੇ ਹਮਲਾ ਕੀਤਾ। ਉਸ ਵਕਤ ਭਾਈ ਗੁਰਬਖਸ਼ ਸਿੰਘ ਜੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਮੌਜੂਦ, ਉਹਨਾਂ ਦੇ ਨਾਲ 30 ਸਿੱਖ ਮੌਜੂਦ ਨੇ ਤੇ ਉਹਨਾਂ ਅਬਦਾਲੀ ਦਾ ਉੱਥੇ ਮੁਕਾਬਲਾ ਕੀਤਾ। ਅਬਦਾਲੀ ਦਾ ਮੁਕਾਬਲਾ ਕਰਦਿਆਂ ਹੋਇਆਂ ਬਾਬਾ ਗੁਰਬਖਸ਼ ਸਿੰਘ ਜੀ ਉੱਥੇ ਸ਼ਹਾਦਤ ਦਾ ਜਾਮ ਪੀਂਦੇ ਨੇ। ਸ਼ਹਾਦਤ ਦਾ ਜਾਮ ਬਾਬਾ ਗੁਰਬਖਸ਼ ਸਿੰਘ ਵੀ ਪੀ ਗਏ, ਬਾਕੀ ਸਿੱਖ ਵੀ ਸ਼ਹਾਦਤਾਂ ਦਾ ਜਾਮ ਪੀ ਗਏ। ਤੇ ਅਬਦਾਲੀ ਨੇ ਕੀ ਕੀਤਾ, ਆਸ-ਪਾਸ ਦੇ ਜਿਹੜੇ ਘਰ ਸਨ ਉਹਨਾਂ ਨੂੰ ਤੜਵਾ ਕੇ ਤੇ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਜਿਹੜਾ ਉਹਨੂੰ ਪੁਰਵਾ ਦਿੱਤਾ। ਅੰਮ੍ਰਿਤਸਰ ਸਾਹਿਬ ਦਾ ਸਰੋਵਰ ਜਿਹੜਾ ਉਹ ਪੂਰ ਦਿੱਤਾ। ਇਹ ਸਾਰੀ ਖਬਰ ਜਿਹੜੀ ਬਾਬਾ ਦੀਪ ਸਿੰਘ ਜੀ ਕੋਲ ਇੱਕ ਸਿੱਖ ਲੈ ਕੇ ਪਹੁੰਚਦਾ ਤੇ ਉਸ ਵਕਤ ਫਿਰ ਬਾਬਾ ਦੀਪ ਸਿੰਘ ਜੀ ਕੌਮ ਦੀ ਅਗਵਾਈ ਕਰਨ ਲਈ ਫਿਰ ਅੱਗੇ ਵਧਦੇ ਵੀ ਅਸੀਂ ਹਰ ਤਰ੍ਹਾਂ ਦਾ ਦੁੱਖ, ਹਰ ਤਰ੍ਹਾਂ ਦੀ ਮੁਸ਼ਕਲ ਸਹਾਰ ਸਕਦੇ ਹਾਂ, ਪਰ ਜੇ ਕੋਈ ਸਾਡੇ ਗੁਰੂ ਵੱਲ ਤੇ ਸਾਡੇ ਗੁਰੂ ਅਸਥਾਨ ਵੱਲ ਅੱਖ ਚੁੱਕ ਕੇ ਵੀ ਵੇਖੇ ਤੇ ਅਸੀਂ ਕਦੇ ਵੀ ਸਹਾਰ ਨਹੀਂ ਸਕਦੇ। ਤੇ ਉਦੋਂ ਬਾਬਾ ਦੀਪ ਸਿੰਘ ਜੀ ਨੇ ਫਿਰ ਬਕਾਇਦਾ ਪੰਥ ਦੀ ਅਗਵਾਈ ਕੀਤੀ, ਆਪਣੇ ਨਾਲ ਸਾਥੀ ਲੈ ਕੇ ਤੇ ਅਬਦਾਲੀ ਨੂੰ ਉਦੋਂ ਵੀ ਲਲਕਾਰਿਆ। ਤੇ ਅਬਦਾਲੀ ਨੂੰ ਲਲਕਾਰਦਿਆਂ ਹੋਇਆਂ ਬਕਾਇਦਾ ਉਸ ਵਕਤ ਅਬਦਾਲੀ ਨਾਲ 2 ਹੱਥ ਕੀਤੇ ਤੇ ਗੁਰੂ ਕਾ ਸਿੱਖ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਜੋ ਉਦੋਂ ਸਰੋਵਰ ਦੀ ਬੇਅਦਬੀ ਹੋਈ, ਉਹਦਾ ਬਦਲਾ ਲੈਣ ਵਾਸਤੇ ਬਾਬਾ ਦੀਪ ਸਿੰਘ ਜੀ ਅਬਦਾਲੀ ਨਾਲ ਉਦੋਂ ਮੱਥਾ ਲਾਉਂਦੇ ਤੇ ਅਬਦਾਲੀ ਨੂੰ ਬਕਾਇਦਾ ਬਾਬਾ ਦੀਪ ਸਿੰਘ ਜੀ ਵੱਲੋਂ ਚੰਗਾ ਚਾਟਾ ਵੀ ਛਕਾਇਆ ਜਾਂਦਾ ਹੈ। ਤੇ ਉਸ ਜੰਗ ਦੇ ਮੈਦਾਨ ਵਿੱਚ ਗੁਰੂ ਕਾ ਸਿੱਖ ਜੂਝਦਾ ਹੋਇਆ, ਆਪਣੇ ਪੰਥ ਦੀ ਅਗਵਾਈ ਕਰਦਾ ਹੋਇਆ
ਆਪਣੇ ਸਰੀਰ ਉੱਤੇ ਫੱਟ ਸਹਿੰਦਾ ਹੈ ਤੇ ਫੱਟ ਸਹਿੰਦਾ ਹੋਇਆ ਉਸ ਜੰਗ ਦੇ ਮੈਦਾਨ ਵਿੱਚ ਬਾਬਾ ਦੀਪ ਸਿੰਘ ਜੀ ਆਪਣਾ ਸ਼ਹਾਦਤ ਦਾ ਜਾਮ ਜਿਹੜਾ ਉਹ ਪੀਂਦੇ। ਉਹੀ ਜੰਗ ਸੀ ਜਿਹੜੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਿੱਚ ਅਬਦਾਲੀ ਨਾਲ ਹੋਈ, ਜਦੋਂ ਉਹਨਾਂ ਦੇ ਸਰੀਰ ਉੱਤੇ ਫੱਟ ਵੱਜਦਾ ਤੇ ਆ ਕਰਕੇ ਆਪਣਾ ਸੀਸ ਉਹ ਹਰਮੰਦਰ ਸਾਹਿਬ ਦੀ ਧਰਤੀ ਉੱਤੇ ਰੱਖ ਕੇ ਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। ਉਹ ਗੁਰੂ ਕੇ ਯੋਧੇ ਨੇ। ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਉਮਰ ਕੋਈ, ਕਿਉਂਕਿ ਤਕਰੀਬਨ ਇਤਿਹਾਸਕਾਰਾਂ ਦਾ ਮੰਨਣਾ ਕਿ ਜਦੋਂ ਬਾਬਾ ਦੀਪ ਸਿੰਘ ਜੀ 18 ਸ਼ੇਰ ਦਾ ਖੰਡਾ ਲੈ ਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਨੇ, ਉਸ ਵਕਤ ਸਰੀਰਕ ਉਮਰ ਉਹਨਾਂ ਦੀ 73 ਕੁ ਸਾਲਾਂ ਦੀ ਹੈ। ਜਦੋਂ ਬਾਬਾ ਦੀਪ ਸਿੰਘ ਜੀ ਆਪਣੇ ਹੱਥ ਵਿੱਚ 18 ਸ਼ੇਰ ਦਾ ਖੰਡਾ ਲੈ ਕੇ ਤੇ ਜੰਗ ਦੇ ਮੈਦਾਨ ਵਿੱਚ ਜੂਝਦੇ। ਔਰ ਚੇਤਾ ਰੱਖਿਓ, ਬਾਬਾ ਦੀਪ ਸਿੰਘ ਜੀ ਨੇ ਇਸ ਗੱਲ ਦਾ ਵੀ ਪ੍ਰਗਟਾਵਾ ਕੀਤਾ ਜਿਹੜਾ ਆਪਾਂ ਪਿਛਲੇ ਦਿਨਾਂ 'ਚ ਸ਼ਬਦ ਵਿਚਾਰ ਕੇ ਆਏ ਆ ਨਾ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਦੇ ਸ਼ਬਦ ਦਾ ਗਿਆਨ ਤੇ ਗੁਰੂ ਕੀ ਬਖਸ਼ਿਸ਼ ਹੋ ਜਾਏ, ਉਹ ਕਦੇ ਬੁੱਢੇ ਨਹੀਂ, ਜਿਨ੍ਹਾਂ ਗੁਰੂ ਕੀ ਰਹਿਮਤ ਨੂੰ ਆਪਣੇ ਜੀਵਨ ਵਿੱਚ ਹਾਸਲ ਕਰ ਲਿਆ। ਬਾਬਾ ਦੀਪ ਸਿੰਘ ਜੀ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ। ਔਰ ਖਿਆਲ ਕਰਿਓ, ਅਕਸਰ ਜੋ ਸਮਾਜ ਦੇ ਹਾਲਾਤ ਨੇ ਉਹ ਇਹ ਨੇ ਕਿ ਜਵਾਨੀ ਵਿੱਚ ਜੋਸ਼ ਤੇ ਬੁਢੇਪੇ ਵਿੱਚ ਹੋਸ਼ ਤੋਂ ਕੰਮ ਲਿਆ ਜਾਂਦਾ, ਪਰ ਬਾਬਾ ਦੀਪ ਸਿੰਘ ਨੇ ਇਹਦੇ ਤੋਂ ਨਵੇਕਲਾ ਕਰਮ ਕਰਕੇ ਵਿਖਾਇਆ। ਜਵਾਨੀ ਵਿੱਚ ਉਹਨਾਂ ਨੇ ਹੋਸ਼ ਤੇ ਬੁਢੇਪੇ ਵਿੱਚ ਉਹਨਾਂ ਨੇ ਜੋਸ਼ ਤੋਂ ਕੰਮ ਲੈਂਦਿਆਂ ਹੋਇਆਂ ਸਾਡੇ ਲਈ ਇੱਕ ਨਵਾਂ ਪੂਰਨਾ ਪਾਇਆ ਵੀ ਜਿੱਥੇ ਹੋਸ਼ ਦੀ ਜ਼ਰੂਰਤ ਹੈ ਉੱਥੇ ਹੋਸ਼ ਤੋਂ ਕੰਮ ਲਿਆ ਜਾਏ ਤੇ ਜਿੱਥੇ ਜੋਸ਼ ਦੀ ਜ਼ਰੂਰਤ ਹੈ ਉੱਥੋਂ ਜੋਸ਼ ਤੋਂ ਹੀ ਕੰਮ ਲਿਆ ਜਾਏ। ਇਹ ਨਹੀਂ ਕਿ ਜਿਸ ਜਗ੍ਹਾ ਉੱਤੋਂ ਅਸੀਂ ਹੋਸ਼ ਤੋਂ ਕੰਮ ਲੈਣਾ ਉੱਥੇ ਅਸੀਂ ਜੋਸ਼ ਵਿਖਾਉਂਦੇ ਫਿਰੀਏ ਤੇ ਜਿਸ ਜਗ੍ਹਾ ਉੱਤੇ ਜੋਸ਼ ਦੀ ਜ਼ਰੂਰਤ ਹੋਵੇ ਤੇ ਅਸੀਂ ਉੱਥੇ ਕਹੀਏ ਜੀ ਨਹੀਂ ਇੱਥੇ ਹੋਸ਼ ਤੋਂ ਕੰਮ ਲੈਣਾ ਚਾਹੀਦਾ। ਮਤਲਬ ਇਉਂ ਕਹਿ ਲਈਏ ਕਿ ਜਿਸ ਉਮਰ ਵਿੱਚ ਆ ਕੇ ਅੱਜ ਦਾ ਸਮਾਜ ਇਹ ਕਹਿੰਦਾ ਕਿ ਨੌਜਵਾਨਾਂ ਦਾ ਲਹੂ ਬਹੁਤ ਗਰਮ ਹੈ, ਇਹ ਬੜੀ ਛੇਤੀ ਤੱਤੇ ਹੋ ਜਾਂਦੇ ਨੇ, ਤੇ ਉਸ ਵਕਤ ਬਾਬਾ ਦੀਪ ਸਿੰਘ ਨੇ ਆਪਣੇ ਹੱਥ ਵਿੱਚ ਕਲਮ ਪਕੜ ਕੇ ਇਹ ਕਲਮ ਚਲਾਉਂਦਿਆਂ ਸਾਨੂੰ ਸਿਖਾਇਆ ਵੀ ਸੱਜਣਾ, ਜਦੋਂ ਕਲਮ ਦੀ ਲੋੜ ਹੈ ਉਦੋਂ ਕਲਮ ਚਲਾ, ਤੇ ਜੇ ਤੇਰੀ ਕਲਮ ਉੱਤੇ ਕੋਈ ਹਮਲਾ ਕਰਨ ਆਏ, ਤੇਰੀ ਕਲਮ ਨੂੰ ਕੋਈ ਤੇਰੇ ਹੱਥ ਚੋਂ ਖੋਹਣ ਆਏ, ਤੇ ਫਿਰ ਉੱਥੇ ਕਲਮ ਦੀ ਜੰਗ ਨਾ ਸੋਚੀ, ਉੱਥੇ ਫਿਰ ਤੇਰੇ ਹੱਥ ਵਿੱਚ ਖੰਡਾ ਵੀ ਪਕੜਿਆ ਹੋਏ ਕਿ ਤੇਰੀ ਕਲਮ ਖੋਹਣ ਆਈ ਜਿਹੜੀ ਬਾਹ ਹੈ ਨਾ ਉਹ ਮੁੜ ਕੇ ਵਾਪਸ ਨਹੀਂ ਜਾਣੀ ਚਾਹੀਦੀ, ਉਹ ਬਾਹ ਉਸ ਧੜ ਨਾਲੋਂ ਵੱਖਰੀ ਹੋ ਜਾਣੀ ਚਾਹੀਦੀ ਜਿੱਥੇ ਕਲਮ ਤੇਰੇ ਹੱਥੋਂ ਕੋਈ ਖੋਹਣ ਵਾਲਾ ਆ ਜਾਏ। ਉਹਨਾਂ ਨੇ ਕਲਮ ਪਕੜ ਕੇ ਪੰਥ ਦੀ ਅਗਵਾਈ ਕੀਤੀ। ਜਦੋਂ ਕਲਮ ਪਕੜ ਕੇ ਅਗਵਾਈ ਕਰਨ ਦੀ ਲੋੜ ਸੀ ਤੇ ਜਦੋਂ ਖੰਡਾ ਪਕੜ ਕੇ ਅਗਵਾਈ ਕਰਨ ਦੀ ਜ਼ਰੂਰਤ ਪਈ ਤੇ ਬਾਬਾ ਦੀਪ ਸਿੰਘ ਨੇ ਉਦੋਂ ਖੰਡਾ ਪਕੜ ਕੇ ਪੰਥ ਦੀ ਅਗਵਾਈ ਕੀਤੀ। ਅੱਜ ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਬੜੇ ਪ੍ਰੇਮ ਸਤਿਕਾਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਮਨਾ ਰਹੀਆਂ। ਜਿੱਥੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਉੱਥੇ ਨਾਲ ਅੱਜ ਬੰਦੀ ਛੋੜ ਦਿਵਸ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਰਾਜਿਆਂ ਨੂੰ ਆਜ਼ਾਦ ਕਰਵਾ ਕੇ ਆਪ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਪਹੁੰਚਦੇ ਨੇ। ਅੱਜ ਬੰਦੀ ਛੋੜ ਦਿਵਸ ਵੀ ਬੜੇ ਪ੍ਰੇਮ ਤੇ ਉਤਸ਼ਾਹ ਨਾਲ ਸਿੱਖ ਸੰਗਤਾਂ, ਗੁਰੂ ਨਾਨਕ ਨਾਮ ਲੇਵਾ ਸਿੱਖ, ਸਾਰੇ ਦੇ ਸਾਰੇ ਸਮਾਜ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਇਸ ਬੰਦੀ ਛੋੜ ਦਿਵਸ ਨੂੰ ਵੀ ਬੜੇ ਪ੍ਰੇਮ ਔਰ ਸਤਿਕਾਰ ਦੇ ਨਾਲ ਮਨਾ ਰਹੇ ਨੇ। ਖੈਰ, ਅੱਜ ਦਾ ਜੋ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤਾ ਕਿ ਜਦੋਂ ਅਰਦਾਸ ਗੁਰੂ ਚਰਨਾਂ ਵਿੱਚ ਹੋਵੇ, ਅਰਦਾਸ ਜਦੋਂ ਉਹ ਮਾਲਕ ਪ੍ਰਵਾਨਦਾ ਹੈ ਤੇ ਉਦੋਂ ਫਿਰ ਆਪ ਕੋਈ ਨਾ ਕੋਈ ਵਿਧ, ਕੋਈ ਨਾ ਕੋਈ ਤਰੀਕਾ ਜ਼ਰੂਰ ਬਣਾ ਦਿੰਦਾ। ਜਿਵੇਂ ਬਬੀਹੇ ਦੀ ਅਰਦਾਸ ਨੂੰ ਪ੍ਰਵਾਨਿਆ, ਫਿਰ ਉਹਨੇ ਇੰਦਰ ਨੂੰ ਹੁਕਮ ਕੀਤਾ ਤੇ ਇੰਦਰ ਗੂੜੀ ਸ਼ੈਬਰ ਲਾ ਕੇ ਵਰਸਦਾ ਹੈ। ਤੇ ਸੱਜਣਾ, ਜੇ ਕਿਤੇ ਤੂੰ ਗੁਰੂ ਚਰਨਾਂ 'ਚ ਅਰਦਾਸ ਕਰਕੇ ਚੱਲੇ ਤੇ ਤੇਰੇ ਕਾਰਜ ਵੀ ਕਿਸੇ ਨਾ ਕਿਸੇ ਵਿਧੀ ਨਾਲ ਗੁਰੂ ਜ਼ਰੂਰ ਸਵਾਰੇਗਾ। ਬਾਬਾ ਦੀਪ ਸਿੰਘ ਜੀ ਜਿੱਦਣ ਤੁਰੇ ਸੀ ਉਹਨਾਂ ਵੀ ਅਰਦਾਸ ਗੁਰੂ ਚਰਨਾਂ 'ਚ ਕਰਕੇ ਫੇਰ ਪੰਥ ਦੀ ਅਗਵਾਈ ਕੀਤੀ ਤੇ ਪ੍ਰਭੂ ਨੇ ਆਪ ਕਾਰਜ ਸਾਰੇ ਸਵਾਰੇ। ਬਸ ਸਿੱਖ ਦਾ ਇੱਕ ਫਰਜ਼ ਬਣਦਾ ਹੈ ਕਿ ਜਦੋਂ ਵੀ ਕੋਈ ਕਾਰਜ ਆਰੰਭੇ, ਜਦੋਂ ਵੀ ਕੋਈ ਕਾਰਜ ਕਰੇ ਤੇ ਗੁਰੂ ਚਰਨਾਂ 'ਚ ਅਰਦਾਸ ਕਰਕੇ ਕਰੇ ਤਾਂ ਜੋ ਉਹ ਮਾਲਕ ਹਰ ਕਾਰਜ ਦੇ ਵਿੱਚ ਇਹਦੀ ਸਹਾਇਤਾ ਕਰੇ, ਹਰ ਕਾਰਜ ਵਿੱਚ ਇਹਦੀ ਮਦਦ ਕਰੇ। ਬਸ ਗੁਰੂ ਅੱਗੇ ਇਹ ਅਰਦਾਸ, ਇਹ ਅਰਜ਼ੋਈ ਅਸੀਂ ਕਰਦੇ ਰਿਹਾ ਕਰੀਏ ਕਿ ਮਾਲਕ ਪਾਤਸ਼ਾਹ ਜੀ ਤੁਸੀਂ ਬੰਦੀ ਛੋੜੋ, ਕਿਰਪਾ ਕਰੋ, ਸਾਨੂੰ ਵੀ ਇਹਨਾਂ ਸੰਸਾਰਿਕ ਬੰਧਨਾਂ ਤੋਂ, ਮਾਨਸਿਕ ਬੰਧਨਾਂ ਤੋਂ ਆਜ਼ਾਦੀ ਮਿਲ ਜਾਏ ਤਾਂ ਜੋ ਸਾਡੀ ਪ੍ਰੀਤ, ਸਾਡਾ ਪਿਆਰ ਵੀ ਤੁਹਾਡੇ ਚਰਨਾਂ ਵਿੱਚ ਬਣਿਆ ਰਹੇ। ਗੁਰੂ ਅੱਗੇ ਅਰਦਾਸ, ਬੇਨਤੀਆਂ ਤੇ ਹਮੇਸ਼ਾ ਐਸੇ ਗੁਰੂ ਤੋਂ ਬਲ ਕੁਰਬਾਨ ਅਸੀਂ ਜਾਂਦੇ ਰਹੀਏ।
ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ऐसे गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਪੈ ਕਾ ਸਹਿਜ ਸਿੰਗਾਰ ਕਰਹੁ, ਸਚ ਰਹੋ ਲਿਵ ਲਾਏ। ਨਾਨਕ ਨਾਮ ਮਨ ਵਸੈ, ਹਰ ਦਰਗਹ ਲਏ ਸਡਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।